KRPA 1110 AM ਦੇ ਸਰੋਤਿਆਂ ਨੂੰ ਸੁਖਜੀਤ ਮੰਗਟ ਵੱਲੋਂ ਸਤਿ ਸ਼੍ਰੀ ਅਕਾਲ। 11 ਜੁਲਾਈ 2022 ਪ੍ਰੋਗਰਾਮ ਪੰਜਾਬੀ ਆਵਾਜ਼ 'ਚ ਤੁਹਾਡਾ ਸਵਾਗਤ ਹੈ। ਇਹ ਪ੍ਰੋਗਰਾਮ ਹਫ਼ਤੇ ਦੇ 5 ਦਿਨ ਤੁਹਾਡੇ ਲਈ ਪੇਸ਼ ਕੀਤਾ ਜਾਂਦਾ ਹੈ ਮੰਡੇ ਟੂ ਫਰਾਈਡੇ ਡਾਕਟਰ ਸ਼ਿੰਦਰ ਪੁਰੇਵਾਲ ਤੇ ਮੇਰੇ ਵੱਲੋਂ। ਦੁਨੀਆ ਭਰ 'ਚ ਸਾਡੇ ਪ੍ਰੋਗਰਾਮਸ ਤੁਸੀਂ ਸੁਣ ਸਕਦੇ ਹੋ radioindia.ca ਤੇ। US ਤੇ ਕੈਨੇਡਾ 'ਚ ਸਾਡੇ ਪ੍ਰੋਗਰਾਮ ਸੁਣੇ ਜਾ ਸਕਦੇ ਆ KRPA 1110 AM ਤੇ। ਸਟੂਡੀਓ ਦਾ ਨੰਬਰ ਹੈ 6045929191 6045929191। ਸਵਾਗਤ ਕਰਦੇ ਹਾਂ ਡਾਕਟਰ ਸ਼ਿੰਦਰ ਪੁਰੇਵਾਲ ਜੀ ਦਾ। ਡਾਕਟਰ ਸਾਹਿਬ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਜੀ। ਗੁੱਡ ਮਾਰਨਿੰਗ। ਗੁੱਡ ਮਾਰਨਿੰਗ ਡਾਕਟਰ ਸਾਹਿਬ, ਅੱਜ ਆਪਾਂ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਨਾ ਬ੍ਰਿਟਨ ਦੀ ਸਿਆਸਤ ਤੋਂ। ਬੋਰਿਸ ਜੌਨਸਨ ਦੇ ਅਸਤੀਫੇ ਤੋਂ ਬਾਅਦ ਹੁਣ ਤੁਸੀਂ ਇਹ ਦੱਸੋ ਕਿ ਕਿਵੇਂ ਹੋਊਗੀ ਪਾਰਟੀ ਆਗੂ ਦੀ ਚੋਣ? ਕੋਈ ਦਾਅਵੇਦਾਰ ਅੱਗੇ ਆਇਆ? ਜੇ ਆਇਆ ਤਾਂ ਕੌਣ? ਦੇਖੋ, ਉਹਨਾਂ ਦੇ ਨੰਬਰ ਆਫ ਕੈਂਡੀਡੇਟਸ ਨੇ ਜਿਹੜੇ ਨੇ ਆਫੀਸ਼ੀਅਲੀ ਤਾਂ ਅਜੇ ਕੋਈ ਡਿਕਲੇਅਰ ਨਹੀਂ ਕੀਤਾ, ਪਰ ਹਰ ਇੱਕ ਚਾਹੁੰਦਾ ਕਿ ਅਜੇ ਸਮਾਂ ਹੈ। ਜੇ ਅਗਲੀ ਇਲੈਕਸ਼ਨ ਹਾਰ ਵੀ ਗਈ ਤਾਂ ਪ੍ਰਾਈਮ ਮਿਨਿਸਟਰ ਦਾ ਬਣਾਂਗੇ ਨਾ। ਹਾਂਜੀ, ਜਿਵੇਂ BC ਦੇ ਵਿੱਚ ਹੈ ਕਿ ਜਿਹੜਾ ਵੀ ਲੀਡਰ ਬਣ ਗਿਆ ਕਮ ਸੇ ਕਮ ਉਹ ਥੋੜਾ ਜਿਹਾ ਪ੍ਰੀਮੀਅਰ ਤਾਂ ਬਣੂਗਾ ਜੀ। ਬਾਅਦ ਦੇ ਵਿੱਚ ਹਰ ਜਨ ਜੁਦੀ ਗੱਲ ਹੈ। ਹਾਂਜੀ, ਸੋ ਇਹਨਾਂ ਦੇ ਜਿਹੜੀ ਪ੍ਰਣਾਲੀ ਹੈਗੀ ਚੁਣਨ ਦੀ, ਉਹ ਕੰਜ਼ਰਵੇਟਿਵ ਪਾਰਟੀ ਦੀ ਵੱਖਰੀ ਆ, ਲੇਬਰ ਪਾਰਟੀ ਦੀ ਵੱਖਰੀ ਆ। ਕੰਜ਼ਰਵੇਟਿਵ ਪਾਰਟੀ ਦੀ ਜਿਹੜੀ ਪ੍ਰਕਿਰਿਆ ਸ਼ੁਰੂ ਹੁੰਦੀ ਹੈ ਕਿ ਉਹਨਾਂ ਨੇ ਐਗਜ਼ੈਕਟਿਵ ਕਮੇਟੀ ਨੇ ਅੱਜ ਮੀਟਿੰਗ ਕਰਨੀ ਹੈ ਐਕਚੁਅਲੀ, ਤੇ ਉਹਨਾਂ ਨੇ ਨੰਬਰ ਆਫ ਮੀਟਿੰਗ ਸੈੱਟ ਕਰਨੀਆਂ। ਸਭ ਤੋਂ ਪਹਿਲਾਂ ਆਪਣੀ ਕਾਕਸ ਦੀਆਂ ਜਿੰਨੇ ਵੀ ਕੰਜ਼ਰਵੇਟਿਵਸ ਤੇ ਮੈਂਬਰਸ ਆਫ ਪਾਰਲੀਮੈਂਟ ਨੇ ਨਾ, ਉਹਨਾਂ ਨੇ ਮਿਲਣਾ। ਜਿੰਨੇ ਵੀ ਮੈਂਬਰਸ ਹੋਏ ਜਿਨ੍ਹਾਂ ਨੇ ਆਪਣੇ ਅਫੀਸ਼ੀਅਲੀ ਡਿਕਲੇਅਰ ਕੀਤਾ ਕਿ ਅਸੀਂ ਰਨ ਕਰਨਾ, ਉਹਨਾਂ ਦਾ ਜੋ ਵੀ ਉਹਨਾਂ ਨੇ ਪੇਪਰ ਭਰਨੇ ਆ, ਉਹਨਾਂ ਦੀ ਡਿਪੋਜ਼ਿਟ ਰੱਖਣਾ ਵਗੈਰਾ ਸਾਰਾ ਕੁਝ ਹੋਣਾ। ਤੇ ਉਸ ਤੋਂ ਬਾਅਦ ਹੌਲੀ ਹੌਲੀ ਹਰ ਇੱਕ ਮੀਟਿੰਗ ਦੇ ਵਿੱਚ ਵੋਟਾਂ ਪਾਉਂਦੇ, ਤੇ ਪਹਿਲਾਂ ਸਭ ਤੋਂ ਬਿਲਕੁਲ ਥੱਲੇ ਵਾਲਾ ਨਿਕਲ ਜਾਂਦਾ, ਉਸ ਤੋਂ ਬਾਅਦ ਫੇਰ ਥੱਲੇ ਵਾਲਾ ਨਿਕਲਦੇ, ਤੇ ਇਹਦਾ ਕਰਦੇ ਕਰਦੇ ਅਖੀਰ ਦੇ ਵਿੱਚ 2 ਕੈਂਡੀਡੇਟ ਰਹਿੰਦੇ। ਪ੍ਰੋਪੋਰਸ਼ਨਲ ਰੈਪਰੈਜ਼ੈਂਟੇਸ਼ਨ ਇਸ ਹਿਸਾਬ ਨਾਲ ਦਿੰਦੇ ਨੇ ਕਿ ਅਖੀਰ ਦੇ ਵਿੱਚ 2 ਕੈਂਡੀਡੇਟ ਜਿਹੜੇ ਆ, ਉਸ ਵੇਲੇ ਫਿਰ ਪਾਰਟੀ ਮੈਂਬਰਸ ਨੂੰ ਜਿਹੜੀ ਐਗਜ਼ੈਕਟਿਵ ਕਮੇਟੀ ਹੈ ਨਾ, ਉਹ ਉੱਥੋਂ ਜਿਹੜੀ MPs ਦਾ ਰੋਲ ਹਟ ਜਾਂਦਾ ਹੈ, ਤੇ ਆਮ ਮੈਂਬਰਸ ਜਿਹੜੇ ਆ, ਮੈਂਬਰ ਆਫ ਜਿਹੜੇ ਕੰਜ਼ਰਵੇਟਿਵ ਪਾਰਟੀ ਦੇ ਡਿਊਜ਼ ਦਿੰਦੇ ਆ, ਮੈਂਬਰਸ ਨੇ, ਮੀਟਿੰਗ ਕਰਦੇ ਨੇ, ਕੰਸਟੀਚੁਐਂਸੀ ਐਸੋਸੀਏਸ਼ਨ ਦੇ ਮੈਂਬਰਸ ਨੇ, ਉਹਨਾਂ ਦੀ ਫਿਰ ਮੀਟਿੰਗ, ਉਹਨਾਂ ਦੀ ਫਿਰ ਵੋਟਿੰਗ ਹੁੰਦੀ ਆ। ਇਸ ਵੇਲੇ ਕਹਿੰਦੇ ਆ ਵੀ ਇਹਨਾਂ ਦੇ 1,80,000 ਮੈਂਬਰ ਹੈ, ਔਰ ਜਿਸ ਦਿਨ ਉਹਨਾਂ ਨੇ ਵੋਟ ਪਾਉਣੀ ਹੁੰਦੀ ਹੈ ਉਸ ਦਿਨ ਤੁਹਾਨੂੰ ਘੱਟੋ ਘੱਟ 3 ਮਹੀਨੇ ਹੋਣੇ ਚਾਹੀਦੇ ਮੈਂਬਰਸ਼ਿਪ ਬਣੇ ਨੂੰ। ਇੱਕ ਤਾਂ ਗੱਲ ਚੰਗੀ ਆ ਵੈਸੇ, ਕਿਉਂਕਿ ਇੱਕ ਵਾਰੀ ਜਿਹੜੇ ਟੈਂਪਰੇਰੀ ਮੈਂਬਰ ਭਰਤੀ ਕਰਦੇ ਜਿੱਦਾਂ ਸਾਡੇ ਕਰਦੇ ਆ, ਇਸ ਤਰ੍ਹਾਂ ਲੇਬਰ ਪਾਰਟੀ 'ਚ ਵੀ ਉੱਥੇ ਕਰਦੇ ਹੁੰਦੇ, ਤੇ ਉਹ ਫਿਰ ਇੱਦਾਂ ਕਰਦੇ ਆ ਕਿ ਕੋਈ ਕਿਸੇ ਦਾ ਸਲਾਹ ਨਹੀਂ ਹੁੰਦੀ ਵੀ ਮੈਂ ਮੈਂਬਰ ਬਣਾ, ਕੋਈ ਕਿਸੇ ਦਾ ਇਰਾਦਾ ਨਹੀਂ ਹੁੰਦਾ, ਕੋਈ ਉਹਨਾਂ ਦੀ ਪਾਰਟੀ ਦੇ ਨਾਲ ਸਹਿਮਤ ਨਹੀਂ ਹੁੰਦਾ। ਉਹ ਧੜਾ ਧੜ ਜਿਹੜੀ ਮੈਂਬਰਸ਼ਿਪ ਵੇਚੀ ਜਾਂਦੀ ਹੈ ਨਾ, ਉਹ ਸਿਰਫ ਵਕਤੀ ਤੌਰ ਤੇ ਮੈਂਬਰ ਬਣਦੇ ਨੇ। ਜਿੱਦਾਂ ਹੁਣ ਇੱਥੇ ਕੰਜ਼ਰਵੇਟਿਵ ਪਾਰਟੀ ਦੀ ਸਾਡੇ ਕੋਈ 7 ਲੱਖ ਤੋਂ ਵੱਧ ਮੈਂਬਰ ਹੈ। ਮੈਂਬਰਸ ਅਸਲੀ ਤਾਂ ਉਹ ਹੀ ਆ ਜਿਹੜੇ ਪਹਿਲਾਂ ਮੈਂਬਰਸ ਹੁੰਦੇ ਸੀ। 6,25,000 ਇਹਨਾਂ ਨੇ ਹੁਣ ਜਾਈ ਬਣਾਇਆ। ਪੈਟਰਿਕ ਬਰਾਊਨ ਨੇ, ਪੀਅਰ ਪੋਲੀਵਰ ਨੇ, ਫਿਰ ਜੌਨ ਸ਼ਰੇ ਉਹਨਾਂ ਨੇ, ਬਾਕੀ ਹੋਰ ਜਿਹੜੇ ਕੈਂਡੀਡੇਟਸ ਨੇ। ਹਾਂਜੀ, 6.25 ਲੱਖ ਮੈਂਬਰ ਆ ਪਿਛਲੇ 3-4 ਮਹੀਨਿਆਂ 'ਚ ਬਣਾ ਲਿਆ। ਹਾਂਜੀ, ਅੱਛਾ, ਇਹ 6.25 ਲੱਖ ਦਾ ਜਿਹੜਾ ਕੋਈ ਇਰਾਦਾ ਨਹੀਂ ਵੀ ਕੰਜ਼ਰਵੇਟਿਵ ਪਾਰਟੀ ਦੇ ਨਾਲ ਰਹਿਣਗੇ। ਇਹਨਾਂ ਦੀ ਕੋਈ ਕਮਿਟਮੈਂਟ ਨਹੀਂ ਹੈ, ਇਹਨਾਂ ਦੀ ਕੋਈ ਆਈਡੀਓਲੋਜੀ ਨਹੀਂ ਹੈ, ਇਹ ਧੜਾ ਧੜ ਸਿਰਫ ਮੈਂਬਰਸ਼ਿਪ ਵੇਚੀ ਹੈ ਇਹਨਾਂ। ਤੇ ਉਹ ਜਦੋਂ ਇਹਨਾਂ ਦੀ ਲੀਡਰਸ਼ਿਪ ਰੇਸ ਖਤਮ ਹੋ ਜਾਣੀ, ਉਹਨਾਂ ਦੀ ਮੈਂਬਰਸ਼ਿਪ ਅਗਲੇ ਸਾਲ ਖਤਮ ਹੋ ਜਾਣੀ, ਇਹਨਾਂ ਦੇ ਵਿੱਚੋਂ ਇੱਕ ਬੰਦੇ ਨੇ ਵੀ ਕਦੇ ਰਿਨਿਊ ਨਹੀਂ ਕਰਨੀ। ਹਾਂਜੀ, ਅਸਲੀ ਤੌਰ ਤੇ ਜਿਹੜੇ ਹੁਣ ਕੰਜ਼ਰਵੇਟਿਵ ਪਾਰਟੀ ਇੰਗਲੈਂਡ ਦੀ ਹੈ, ਉਹਨਾਂ ਦਾ 1,80,000 ਜੋ ਬੇਸ ਮੈਂਬਰ ਹੈ, ਮਤਲਬ ਉਹ ਮੈਂਬਰ ਤਾਂ ਬਣੇ ਆ ਕਿਉਂਕਿ ਉਹ ਪਾਰਟੀ ਦੇ ਨਾਲ ਸਹਿਮਤ ਨੇ। ਹਾਂਜੀ, ਪਾਰਟੀ ਦੇ ਵਿੱਚ ਜੋ ਕੁਝ ਹੁੰਦਾ ਉਹਦੇ ਵਿੱਚ
ਉਹ ਕੰਮ ਕਰਦੇ ਨੇ ਤੇ ਪ੍ਰੋਸੈਸ 'ਚ ਹਿੱਸਾ ਲੈਂਦੇ। ਸੋ ਇਹ ਠੀਕ ਹੈ ਇੱਕ ਪ੍ਰੋਸੈਸ। ਦੂਸਰਾ ਲੇਬਰ ਪਾਰਟੀ ਦਾ ਥੋੜ੍ਹਾ ਜਿਹਾ ਉਹਨਾਂ ਦਾ ਵੱਖਰਾ ਆ। ਉਹਨਾਂ ਦੀ ਪਹਿਲਾਂ ਕਰਦੇ ਆ ਕਿ 5% ਬੰਦੇ ਜਿਹੜੇ MPs ਜੇ ਕਿਸੇ ਨੂੰ ਕਹਿ ਦੇਣ ਤਾਂ ਉਹ ਕੈਂਡੀਡੇਟ ਦੇ ਨਾਂ ਦੇ ਸਕਦੇ, ਉਦੋਂ ਆਪਣੀ ਮੈਂਬਰਸ਼ਿਪ ਵੇਚਣੀ ਸ਼ੁਰੂ ਕਰ ਦਿੰਦੇ। ਤਾਂ ਮੈਂਬਰਸ਼ਿਪ ਵੈਸੇ ਮਹਿੰਗੀ ਹੈ, 25 ਪਾਉਂਡ ਦੀ ਮੈਂਬਰਸ਼ਿਪ ਹੈ ਪਰ ਮੈਂਬਰ। ਪਰ ਉਹਨਾਂ ਨੇ ਵੀ ਜਿੱਦਾਂ ਸਾਡੇ ਇੱਥੇ NDP ਨੇ ਕੀਤਾ ਹੈ ਨਾ ਕਿ 1 ਮੈਂਬਰ 1 ਵੋਟ, ਕਿ ਬਾਕੀ ਦੀਆਂ ਪਾਰਟੀਆਂ ਤਾਂ ਇਹ ਦਿਖਦੀਆਂ ਕਿ ਦੇਖੋ ਸਾਡੇ ਕਿੰਨੇ ਮੈਂਬਰ ਹੈ। ਜਿੱਦਾਂ 660 ਇੰਗਲੈਂਡ ਦੇ ਵਿੱਚ ਉਹਨਾਂ ਦੇ 658 ਕੰਸਟੀਚੁਐਂਸੀਜ਼ ਜਾਂ ਹਲਕੇ ਨੇ। 658 ਦੇ ਵਿੱਚੋਂ ਤੁਹਾਨੂੰ ਜਿੱਤ ਕੇ ਆਉਂਗੇ ਤਾਂ ਹੀ ਗਵਰਨਮੈਂਟ ਬਣੂਗੀ। ਹਾਂਜੀ ਬਿਲਕੁਲ। ਜੇ ਇਕੱਲੇ ਬਰਮਿੰਘਮ ਚ ਤੁਸੀਂ ਲੀਡਰ ਬਣ ਗਏ ਤਾਂ ਬਾਕੀ ਕਿਸੇ ਜਗ੍ਹਾ ਤੇ ਤੁਸੀਂ ਤੁਹਾਡੀ ਕੋਈ ਪ੍ਰੈਜ਼ੈਂਸ ਹੈ ਹੀ ਨਹੀਂ ਹੈ, ਫਿਰ ਤੁਸੀਂ ਲੀਡਰ ਕਾਹਦੇ ਆ। ਸਾਡੇ ਵੀ ਇੱਥੇ ਜਗਮੀਤ ਸਿੰਘ ਜਿਹੜੇ ਲੀਡਰ ਆ ਉਹ ਸਰੀ ਤੇ ਬਰੈਂਪਟਨ ਦੇ ਆ, ਵੈਸੇ ਇਸ ਤੋਂ ਬਾਅਦ ਹੈ ਨਹੀਂ। ਨਾ ਸਰੀ ਚੋਂ ਜਿੱਤੇ ਆ ਨਾ ਬਰੈਂਪਟਨ ਚੋਂ ਜਿੱਤੇ ਆ। ਬਣਾਇਆ ਇਹਨਾਂ ਨੇ, ਲੀਡਰ ਇਹਨਾਂ ਨੇ ਬਣਾਇਆ ਵੈਸੇ। ਹਾਂਜੀ, ਇੱਥੇ ਵੋਟਾਂ ਜ਼ਿਆਦਾ ਸੀਗੀਆਂ। ਤਾਂ ਉਦਾਂ ਇਹਨਾਂ ਦਾ ਮੈਂਬਰ ਆਫ ਪਾਰਲੀਮੈਂਟ ਇੱਥੋਂ ਕੋਈ ਨਹੀਂ ਜੀ। ਅੱਛਾ, ਇਹ ਵੀ ਔਡ ਚੀਜ਼ ਹੈ ਨਾ, ਲੋਕੀ ਮੈਂਬਰਸ਼ਿਪ ਜਦੋਂ NDP ਦੀ ਵੇਚਦੇ ਸੀ ਉਦੋਂ ਤਾਂ ਬਣ ਗਏ, ਪਰ ਵੋਟ ਉਹਨਾਂ ਨੇ ਲਿਬਰਲ ਪਾਰਟੀ ਨੂੰ ਪਾਈ ਹੈ, ਉਹਨਾਂ ਹੀ ਬੰਦਿਆਂ ਨੇ। ਸੋ ਇਹਨਾਂ ਦੀ ਵਕਤੀ ਤੌਰ ਤੇ ਕੋਈ ਲਾਇਲਟੀ ਨਹੀਂ। ਇਹਨਾਂ ਦੇ ਵਿੱਚ ਲੇਬਰ ਪਾਰਟੀ ਦੇ ਵਿੱਚ ਉਹਨਾਂ ਨੂੰ ਥੋੜਾ ਜਿਹਾ ਸਮਾਂ ਦੇ ਦਿੰਦੇ ਐਕਚੁਅਲੀ ਉਹ ਵੇਚਣ ਨੂੰ, ਤਾਂ 25 ਪਾਉਂਡ ਦੇ ਨਾਲ ਉਹਨਾਂ ਦੇ ਪੈਸੇ ਵੀ ਚੰਗੇ ਬਣਦੇ ਆ। ਪਰ ਇਵੈਂਚੁਅਲੀ ਉਹਨਾਂ ਦੀ ਵੋਟ ਤਾਂ ਇੱਦਾਂ ਹੀ ਪੈਂਦੀ ਸਾਰਿਆਂ ਦੀ, ਜਿੰਨੇ ਕੈਂਡੀਡੇਟਸ ਹੋਣ। ਉੱਥੇ ਥੋੜਾ ਜਿਹਾ ਮੈਂਬਰ ਆਫ ਪਾਰਲੀਮੈਂਟ ਨੂੰ ਘੱਟ ਰੋਲ ਹੈ, ਇੱਥੇ ਬਹੁਤ ਜ਼ਿਆਦਾ ਰੋਲ ਹੈ ਇਹਨਾਂ ਦਾ। ਕੰਜ਼ਰਵੇਟਿਵ ਪਾਰਟੀ ਦੇ ਵਿੱਚ ਬਹੁਤ ਵੱਡਾ ਰੋਲ ਹੈ। ਜਿੰਨਾ ਚਿਰ ਅਖੀਰ ਦੇ ਵਿੱਚ 2 ਕੈਂਡੀਡੇਟ ਨਹੀਂ ਰਹਿੰਦੇ ਉਹਨਾਂ ਚਿਰ ਮੈਂਬਰ ਆਫ ਪਾਰਲੀਮੈਂਟ ਹੀ ਡਿਸਾਈਡ ਕਰਦੇ ਆ ਕਿ ਇਹਨੇ ਲੀਡਰਸ਼ਿਪ ਲਈ ਰਨ ਕਰਨਾ ਕਿ ਇਹਨੇ ਨਹੀਂ ਕਰਨਾ। ਨਹੀਂ ਤਾਂ ਬਾਕੀਆਂ ਨੂੰ, ਜਿੱਦਾਂ ਹੁਣ ਇੱਥੇ ਕੰਜ਼ਰਵੇਟਿਵ ਪਾਰਟੀ ਦੇ ਵਿੱਚ ਇਸ ਵੇਲੇ 8 ਕੈਂਡੀਡੇਟ, ਤੇ ਉਹ ਜਦੋਂ ਵੀ ਸਟੇਜ ਤੇ ਜਾਂਦੇ ਨੇ 8 ਜਾਣੇ ਬੋਲਣ ਲੱਗੇ ਹੁੰਦੇ, ਉਹਨਾਂ ਦੇ ਵਿੱਚੋਂ ਕਈ ਵਾਰੀ ਤਾਂ ਸੁਣਦਾ ਹੀ ਨਹੀਂ ਵੀ ਕੋਈ ਕੀ ਕਹਿੰਦਾ, ਕੋਈ ਕੀ ਆ। ਰਿਪਬਲਿਕਨ ਪਾਰਟੀ ਦੇ ਜਦੋਂ ਟਰੰਪ ਪ੍ਰੈਜ਼ੀਡੈਂਟ ਕੈਂਡੀਡੇਟ ਬਣੇ ਸੀ ਨਾ, ਉਦੋਂ 24-25 ਬੰਦੇ ਸੀ, ਉਹਨਾਂ ਤੋਂ ਸਟੇਜ ਤੇ ਖੜੀ ਕਰਨ ਦੀ ਜਗ੍ਹਾ ਨਹੀਂ ਸੀ ਹੁੰਦੀ, ਤੇ ਇੱਕ ਦੂਜੇ ਨਾਲ ਰੌਲਾ ਪਾਉਂਦੇ ਰਹਿੰਦੇ ਹੁੰਦੇ ਸੀ। ਸੋ ਜਿਹੜਾ ਇਹਨਾਂ ਦਾ ਪ੍ਰੋਸੈਸ ਤਾਂ ਠੀਕ ਲੱਗਦਾ ਕਿ ਕਮ ਸੇ ਕਮ ਇੱਕ ਤਾਂ ਜਿਹੜੇ ਮੈਂਬਰ ਆਫ ਪਾਰਲੀਮੈਂਟ ਚੁਣੇ ਹੋਏ ਉਹਨਾਂ ਦਾ ਰੋਲ ਹੈਗਾ ਕਮ ਸੇ ਕਮ ਸ਼ਾਂਤੀ ਕਰ ਦਿੰਦੇ ਹੋ ਜੀ, ਜਿਹੜੇ ਪਹਿਲਾਂ ਬਹੁਤ ਜਾਂਦੇ ਆ, ਤਾਂ ਉਹਨਾਂ ਦੀ ਸ਼ਾਂਤੀ ਦੇ ਵਿੱਚੋਂ ਅਖੀਰ 'ਚ 2 ਕੈਂਡੀਡੇਟ ਜਿਨ੍ਹਾਂ ਦੇ ਵਿੱਚੋਂ ਇੱਕ ਚੁਣ ਹੋ ਜਾਣਾ, ਉਹ ਫਿਰ ਪੇਸ਼ ਕਰਦੇ ਸਾਰੀ ਮੈਂਬਰਸ਼ਿਪ ਨੂੰ ਕਿ ਤੁਸੀਂ ਸਾਡੇ ਨਾਲ ਇਹਨਾਂ ਦੇ ਵਿੱਚੋਂ ਦੱਸੋ ਕਿਹੜਾ ਚੁਣਨਾ ਹੈ। ਇਹਨਾਂ ਦੇ ਵਿੱਚ ਸਾਡੇ ਇੱਕ ਰਿਸ਼ੀ ਸੁਨਕ, ਜਵੇਦ, ਉਹ ਮੇਰਾ ਖਿਆਲ ਪਾਕਿਸਤਾਨ ਤੋਂ, ਇੱਕ ਅਫਗਾਨਿਸਤਾਨ ਦਾ ਵੀ ਕੈਂਡੀਡੇਟ ਹੈ, ਲਿਜ਼ ਟਰੂਸ ਦੇ ਨਾਂ ਦਾ ਵੀ ਡਾਕਟਰ ਸਾਹਿਬ ਕਿਹਾ ਜਾ ਰਿਹਾ, ਮੇ ਬੀ ਉਹ ਵੀ ਆ ਸਕਦੇ ਆ ਦਾਅਵੇਦਾਰ ਦੇ ਤੌਰ ਤੇ ਅੱਗੇ। ਪੋਟੈਂਸ਼ੀਅਲੀ ਤਾਂ ਉਹ ਕਹਿੰਦੇ ਕਿ 15 ਮੈਂਬਰ ਆਉਣ ਦੀ ਲੱਗਦਾ ਹੈ ਉਹਨਾਂ ਨੂੰ। ਹੁਣ ਅਫੀਸ਼ੀਅਲੀ ਕਿੰਨੇ ਜਾਣੇ ਵਿੱਚ ਰੇਸ ਦੇ ਆਉਂਦੇ ਆ ਕਿ ਨਹੀਂ ਆਉਂਦੇ, ਇਹਨਾਂ ਦੇ ਵਿੱਚੋਂ 15 ਦੇ ਵਿੱਚੋਂ ਜੇ 14 ਦੇ ਜਿੰਨੇ ਵੀ ਇਹਨਾਂ ਨੇ ਕੀਤੇ, ਅਖੀਰ ਦੇ ਵਿੱਚ 2 ਰਹਿ ਜਾਣੇ ਆ, ਤਾਂ 2 ਦੇ ਵਿੱਚ ਮੈਨੂੰ ਲੱਗਦਾ ਨਹੀਂ ਕਿ ਸੂਨਕ ਉਹਨਾਂ ਦਾ ਨਾਂ ਹੋਣਾ। ਹਾਂਜੀ, ਹਜੇ ਤਾਂ ਡਾਕਟਰ ਸਾਹਿਬ ਵੈਸੇ ਵੀ ਕਿਆਸ ਰਾਈਆਂ ਲਾਈਆਂ ਜਾ ਸਕਦੀਆਂ ਨੇ, ਅਜੇ ਕਿਆਸ ਰਾਈ ਹੈ ਨਾ। ਹਾਂਜੀ, ਤੇ ਪਰ ਇੱਕ ਗੱਲ ਪੱਕੀ ਪਤਾ ਆ ਕਿ ਉਹਨਾਂ ਨੇ ਪ੍ਰਾਈਮ ਮਿਨਿਸਟਰ ਜ਼ਰੂਰ ਬਣਨਾ। ਹਾਂਜੀ। ਅੱਛਾ, ਦੇਖੋ ਇੱਕ ਕੁਦਰਤ ਦੀ ਗੱਲ, ਦੇਖੋ ਅਸੀਂ ਗੱਲ ਕਰਦੇ ਹਾਂ G7 ਦੀ ਪਿਛਲੇ 2 ਹਫ਼ਤੇ ਹੀ ਮੀਟਿੰਗ ਹੋ ਕੇ ਹਟੀ। G7 ਦੇ ਵਿੱਚ ਜੌਨਸਨ ਵੀ ਬੈਠੇ ਸੀ ਤੇ ਜਾਪਾਨ ਦੇ ਪ੍ਰੈਜ਼ੀਡੈਂਟ ਪ੍ਰਾਈਮ ਮਿਨਿਸਟਰ ਵੀ ਬੈਠੇ ਸੀ। 7 ਲੀਡਰਾਂ ਦੇ ਵਿੱਚੋਂ 2 ਤਾਂ ਜਾਂਦੇ ਲੱਗੇ ਨਾ। ਹਾਂਜੀ। ਇੱਕ ਨੂੰ ਰਿਜ਼ਾਈਨ ਕਰਨਾ ਪਿਆ, ਦੂਜੇ ਨੂੰ ਗੋਲੀ ਮਾਰਤੀ। ਹਾਂਜੀ। ਹੁਣ ਇਹ ਲੱਗਦਾ ਹੀ ਹੁੰਦਾ ਹੈ ਜਦੋਂ ਅਸੀਂ ਸੌਂਦੇ ਆ ਨਾ, ਤਾਂ ਸਵੇਰ ਨੂੰ ਉੱਠਣਾ ਕਿ ਨਹੀਂ ਉੱਠਣਾ ਇਹ ਤਾਂ ਪਰਮਾਤਮਾ ਦੇ ਹੱਥ 'ਚ ਹੈ। ਹਾਂਜੀ। ਹੁਣ ਪਰ ਸਾਨੂੰ ਪਤਾ ਨਾ ਹੁੰਦੇ ਵੀ ਫੇਰ ਵੀ ਅਲਾਰਮ ਲਾ ਕੇ ਸੌਂਦੇ ਹਾਂ। ਹਾਂਜੀ।
ਕਿਉਂਕਿ ਮਨ ਦੇ ਵਿੱਚ ਇਹ ਤਾਂ ਹੁੰਦਾ ਯਕੀਨ ਕਿ ਸਵੇਰ ਨੂੰ ਉੱਠਣਾ। ਯਕੀਨ ਮਤਲਬ ਸਾਡੇ ਮਨ ਦਾ ਹੀ ਹੈ ਨਾ, ਇਹ ਤਾਂ ਨਹੀਂ ਪਤਾ ਬੰਦੇ ਨੇ ਉੱਠਣਾ ਕਿ ਨਹੀਂ ਉੱਠਣਾ। ਹਾਂਜੀ। ਆਹ 7 ਜਾਣੇ ਉੱਥੇ ਬੈਠੇ ਸੀ, ਫੋਟੋ ਖਿਚਾਉਣ ਲੱਗੇ ਸੀ ਇੱਕ ਦੂਜੇ ਦਾ। ਹਾਂਜੀ। ਤੇ ਇਹਨਾਂ 7 ਦੇ ਵਿੱਚ ਹੁਣ 5 ਰਹਿੰਦੇ ਆ। ਤੇ ਜੇ ਅੱਜ ਇੱਥੇ ਕੈਨੇਡਾ ਦੇ ਵਿੱਚ ਜਾਂ ਅਮਰੀਕਾ 'ਚ ਦੋਹਾਂ 'ਚ ਵੋਟ ਪਵਾ ਦੇਣ ਨਾ, ਜੋ ਬਾਈਡਨ ਤੇ ਜਸਟਿਨ ਟਰੂਡੋ ਜਾਂਦੇ ਲੱਗਣੇ ਆ। ਹਾਂਜੀ। ਜੇ ਅੱਜ ਪਵਾ ਦੇਣ। ਹਾਂਜੀ। ਤੇ ਉਹਨਾਂ ਦੇ ਵਿੱਚੋਂ ਕਿੰਨੇ 7 'ਚ 4 ਗਏ ਤਾਂ 3 ਰਹਿ ਗਏ। ਹਾਂਜੀ। ਤੇ ਉਹਨਾਂ ਦੇ ਵਿੱਚੋਂ ਸ਼ਾਇਦ ਜੇ ਕਿਸੇ ਦੀ ਸਿਕਿਉਰ ਪੋਜੀਸ਼ਨ ਹੈ ਇਸ ਵੇਲੇ, ਉਹ ਹੈਗੀ ਮੈਕਰੋਨ ਦੀ। ਹਾਂਜੀ। ਕਿਉਂਕਿ ਉਹ ਹਜੇ ਇਲੈਕਟ ਹੋ ਕੇ ਹੀ ਹਟੇ। ਹਾਂਜੀ, ਹਜੇ ਹੁਣੇ ਹੋਏ ਆ। ਉਹਨਾਂ ਦਾ ਮਤਲਬ ਪੂਰੀ ਟਰਮ ਪਈ ਆ। ਹਾਂਜੀ। ਬਾਕੀ ਦੋਵਾਂ ਦੀ ਟਰਮ ਵੀ ਆਉਣ ਵਾਲੀ ਹੈ। ਹਾਂਜੀ। ਖਤਮ ਹੋਣ ਵਾਲੀ ਹੈ ਉਹਨਾਂ ਦੀ। ਹਾਂਜੀ। ਤੇ ਇਹ ਜਿਹੜੀ ਲੀਡਰਸ਼ਿਪ ਦੇ ਵਿੱਚ ਕਮ ਸੇ ਕਮ ਕੰਜ਼ਰਵੇਟਿਵ ਪਾਰਟੀ ਆਫ ਇੰਗਲੈਂਡ ਨੂੰ ਉਹਨਾਂ ਨੂੰ ਲੱਗਦਾ ਹੈ ਕਿ ਹੁਣ ਲੀਡਰਸ਼ਿਪ ਜੇ ਬਦਲ ਲਈ ਜਾਵੇ, ਸ਼ਾਇਦ ਉਹਨਾਂ ਦਾ ਅਗਲੀ ਵਾਰ ਨੂੰ ਫੇਰ ਚਾਂਸ ਲੱਗ ਜਾਵੇ। ਹਾਂਜੀ। ਕਿਉਂਕਿ ਪਿਛਲੀ ਵਾਰ ਇਹ ਜਿੱਤੇ ਆ ਬ੍ਰੈਕਸਿਟ ਦੇ ਜ਼ੋਰ ਨਾਲ। ਹਾਂਜੀ। ਬਹੁਤ ਲੋਕੀ ਇੰਗਲੈਂਡ ਦੇ ਤਾਂ ਇੰਗਲੈਂਡ ਦੇ ਵਿੱਚ ਵੀ 2 ਜਗ੍ਹਾ ਤੇ ਵੱਖ-ਵੱਖ ਤਰੀਕੇ ਨਾਲ ਵੋਟਾਂ ਪਈਆਂ ਨਾ। ਜਿਹੜੀ ਜ਼ਿਆਦਾ ਪਾਪੂਲੇਸ਼ਨ ਹੈ ਉਹ ਹੈਗੀ ਵੇਲਜ਼ ਦੀ ਤਾਂ ਬ੍ਰਿਟਨ ਦੀ, ਤੇ ਸਕਾਟਲੈਂਡ ਤੇ ਨਾਰਦਰਨ ਆਇਰਲੈਂਡ ਦੇ ਵਿੱਚ ਉਹ ਯੂਰਪੀਅਨ ਯੂਨੀਅਨ ਦੇ ਹੱਕ 'ਚ ਸੀ। ਇੰਗਲੈਂਡ ਜਿਹੜਾ ਪ੍ਰੋਪਰ ਇੰਗਲਿਸ਼ ਲੋਕੀ ਸੀ ਤੇ ਵੇਲਜ਼ ਦੇ ਲੋਕੀ ਇਹ ਖਿਲਾਫ ਸੀ। ਇਹਨਾਂ ਨੇ ਉਹਦੇ ਖਿਲਾਫ ਵੋਟ, ਇਹ ਜਿੱਤ ਗਏ ਤੇ ਉਹਦੇ ਚੈਂਪੀਅਨ ਬਣੇ ਸੀ ਇਹ ਕੰਜ਼ਰਵੇਟਿਵ ਪਾਰਟੀ ਵਾਲੇ। ਵੈਸੇ ਵੀ ਜਦੋਂ ਤੁਸੀਂ ਦੇਖਣਾ ਲੇਬਰ ਪਾਰਟੀ ਜ਼ਿਆਦਾ ਸਕਾਟਲੈਂਡ ਤੋਂ ਜਿੱਤੀ। ਸਕਾਟਲੈਂਡ ਜਿੱਦਣ ਜਾਂਦਾ ਲੱਗਾ ਉਸ ਦਿਨ ਲੇਬਰ ਪਾਰਟੀ ਦੇ ਚਾਂਸਸ ਘਟ ਜਾਣੇ। ਨਾਰਦਰਨ ਆਇਰਲੈਂਡ ਤੋਂ ਕੰਜ਼ਰਵੇਟਿਵ ਪਾਰਟੀ ਵਾਲੇ ਵੀ ਜਿੱਤ ਜਾਂਦੇ ਆ ਤਾਂ ਲੇਬਰ ਵਾਲੇ ਵੀ ਜਿੱਤ ਜਾਂਦੇ, ਇਹਨਾਂ ਦਾ ਕੋਈ ਪਤਾ ਨਹੀਂ ਲੱਗਦਾ। ਪਰ ਕਮ ਸੇ ਕਮ ਦੋਹਾਂ ਨੇ, ਸਕਾਟਲੈਂਡ ਨੇ ਤੇ ਕਹਿ ਹੀ ਦਿੱਤਾ ਕਿ ਅਗਲੇ ਸਾਲ ਅਸੀਂ ਰੈਫਰੈਂਡਮ ਕਰਵਾ ਦੇਣਾ। ਹਾਂਜੀ, 2023 'ਚ। ਤੇ ਨਾਰਦਰਨ ਆਇਰਲੈਂਡ ਵਾਲੇ ਇਹ ਕਹਿ ਰਹੇ ਕਿ ਜੇ ਤੁਸੀਂ ਸਾਨੂੰ ਇਹ ਕਹਿੰਦੇ ਕਿ ਅਸੀਂ ਯੂਰਪੀਅਨ ਯੂਨੀਅਨ ਨਹੀਂ ਜੁਆਇਨ ਕਰ ਸਕਦੇ ਤਾਂ ਫਿਰ ਅਸੀਂ ਵੀ ਰੈਫਰੈਂਡਮ ਕਰਾਉਣਾ। ਹਾਂਜੀ। ਕਿਉਂਕਿ ਆਇਰਲੈਂਡ ਹੈਗਾ ਆ ਉਹਨਾਂ ਦੇ ਨਾਲ, ਦੂਸਰਾ ਯੂਰਪੀਅਨ ਯੂਨੀਅਨ ਦੇ ਵਿੱਚ ਹੈ, ਅਸੀਂ ਆਇਰਲੈਂਡ ਨਾਲ ਚੱਲ ਜਾਵਾਂਗੇ। ਤੇ ਇਹਨਾਂ ਦੀ ਇੱਕ ਤਾਂ ਪ੍ਰਧਾਨਗੀ ਦੀ ਇਸ਼ੂ ਆ, ਦੂਸਰਾ ਇਹਨਾਂ ਦੇ ਫਿਊਚਰ ਦੀ ਇਸ਼ੂ। ਫਿਊਚਰ ਦੇ ਵਿੱਚ ਯੂਨਾਈਟਿਡ ਕਿੰਗਡਮ ਰਹਿਣਾ ਕਿ ਡਿਵਾਈਡਡ ਕਿੰਗਡਮ ਰਹਿਣਾ। ਹਾਂਜੀ, ਇਹ ਤਾਂ ਆਉਣ ਵਾਲਾ ਸਮਾਂ ਦੱਸੂ ਡਾਕਟਰ ਸਾਹਿਬ। ਇਹ ਆਉਣ ਵਾਲਾ ਸਮਾਂ ਦੱਸੂਗਾ, ਪਰ ਕਮ ਸੇ ਕਮ ਸੰਕੇਤ ਜ਼ਰੂਰ ਮਿਲ ਰਹੇ ਆ ਕਿ ਜੇ ਸਕਾਟਲੈਂਡ ਨੇ ਕਹਿ ਦਿੱਤਾ ਕਿ 2023 ਦੇ ਵਿੱਚ ਹੀ ਰੈਫਰੈਂਡਮ ਕਰਾਉਣਾ, ਉਹਨਾਂ ਨੂੰ ਇਹ ਆਸ ਹੈ ਕਿਉਂਕਿ ਯੂਰਪੀਅਨ ਯੂਨੀਅਨ ਦਾ ਜਦੋਂ ਬ੍ਰੈਕਸਿਟ ਦਾ ਵੋਟ ਆਇਆ ਸੀ, ਸਕਾਟਲੈਂਡ ਦੇ ਲੋਕਾਂ ਨੇ ਉਹਦੇ ਖਿਲਾਫ ਵੋਟ ਪਾਈ ਸੀ, ਉਹਨਾਂ ਨੇ ਉਹਦੇ ਯੂਰਪੀਅਨ ਯੂਨੀਅਨ ਦੇ ਹੱਕ 'ਚ ਵੋਟ ਪਾਈ। ਇੱਦਾਂ ਹੀ ਨਾਰਦਰਨ ਆਇਰਲੈਂਡ ਨੇ ਪਾਈ, ਉਹਨਾਂ ਨੇ ਵੀ ਯੂਰਪੀਅਨ ਯੂਨੀਅਨ ਦੇ ਹੱਕ 'ਚ ਪਾਈ ਹੈ, ਬ੍ਰੈਕਸਿਟ ਦੇ ਖਿਲਾਫ ਵੋਟ ਪਾਈ। ਸਿਰਫ ਇੰਗਲੈਂਡ ਵਾਲੇ ਤੇ ਵੇਲਜ਼ ਵਾਲੇ ਦੂਸਰੇ ਪਾਸੇ ਸੀ। ਉਹਦੇ ਵੇਵ ਇਹਨਾਂ ਦੀ ਜਿਹੜੀ ਆਈ, ਉਸ ਵੇਵ ਦੇ ਵਿੱਚ ਬੋਰਿਸ ਜੌਨਸਨ ਹੁਣੀ ਪ੍ਰਾਈਮ ਮਿਨਿਸਟਰ ਬਣ ਗਏ। ਹਾਂਜੀ। ਅੱਛਾ, ਜਿਸ ਦਿਨ ਦੇ ਪ੍ਰਾਈਮ ਮਿਨਿਸਟਰ ਬਣੇ ਆ ਉਸੇ ਹੀ ਦਿਨ ਦੇ ਸਕੈਂਡਲ ਆਈ ਜਾਂਦੇ ਇਹਨਾਂ ਦੇ। ਹਾਂਜੀ। ਵਨ ਆਫਟਰ ਦੀ ਅਦਰ ਕਹਿੰਦੇ ਹੁੰਦੇ ਨੇ ਪੰਜਾਬੀ 'ਚ ਵੀ, ਇੱਕ ਮੁੱਠੀ ਚੱਕ ਲੈ ਦੂਜੀ ਨੂੰ ਤਿਆਰ। ਹਾਂਜੀ। ਇਹਨਾਂ ਦਾ ਇਹੀ ਹਾਲ ਰਿਹਾ। ਚਾਹੇ ਇਹਨਾਂ ਨੇ ਕੋਈ ਨਹੀਂ ਪਰਵਾਹ ਕੀਤੀ ਕਿ ਲੋਕਾਂ ਨੂੰ ਅਸੀਂ ਕੀ ਦੱਸਦੇ ਹਾਂ ਤੇ ਅਸੀਂ ਕੀ ਕਰਨਾ। ਸਭ ਤੋਂ ਜ਼ਿਆਦਾ ਰੂਲ ਇਹਨਾਂ ਨੇ ਤੋੜੇ ਸੀ ਪੈਂਡੈਮਿਕ ਦੇ ਦੌਰਾਨ। ਐਗਜ਼ੈਕਟਲੀ। ਤੇ ਫਿਰ ਇਹਨਾਂ ਦੇ ਪ੍ਰਾਈਵੇਟ ਅਫੇਅਰਸ ਦੇ ਵਿੱਚ ਕੋਈ ਨਾ ਕਿੰਤੂ ਪ੍ਰੰਤੂ ਉੱਠਦੇ ਰਹੇ। ਹਾਂਜੀ। ਤੇ ਉਹਨਾਂ ਨੇ ਉਹ ਕੁਝ ਕੀਤਾ। ਅੱਜ ਰਸ਼ੀਆ ਦੀ ਹੈਡਲਾਈਨ ਸੀ ਉਹਨਾਂ ਦੀ ਪ੍ਰਾਪਦਾ ਵਾਲਿਆਂ ਦੀ ਕਿ ਜਿਹੜਾ ਬਹੁਤ ਟਾਰਾਂ ਮਾਰਦਾ ਸੀ ਜਾਂਦਾ ਲੱਗਾ। ਹਾਂਜੀ। ਉਹ ਬਹੁਤ ਦੁਖੀ ਸੀ ਕਿ ਬੋਰਿਸ ਜੌਨਸਨ ਕੀਵ ਦੇ ਵਿੱਚ ਆ ਕੇ, ਯੂਕਰੇਨ ਦੇ ਨਾਲ ਆ ਕੇ ਉਹਨਾਂ ਦੇ ਹੱਕ 'ਚ ਬੋਲ ਕੇ ਗਏ। ਹਾਂਜੀ। ਕਿ ਤੁਸੀਂ ਲੜਦੇ ਹੀ ਰਹੋ। ਹਾਂਜੀ। ਕਿਉਂਕਿ ਬੇਸਿਕਲੀ ਉਹਨਾਂ ਦਾ ਮੈਸੇਜ ਸੀ ਜਿਹੜਾ ਜੋ ਬਾਈਡਨ ਹੁਣੀ ਮੈਸੇਜ ਦਿੰਦੇ ਆ। ਜੋ ਬਾਈਡਨ ਤਾਂ ਜਾਂਦੇ ਨਹੀਂ ਨਾ ਉੱਥੇ। ਕਮ ਸੇ ਕਮ ਉਹਨਾਂ ਨੇ ਜਾ ਕੇ ਇੰਗਲੈਂਡ ਦਾ ਪ੍ਰਾਈਮ ਮਿਨਿਸਟਰ ਉੱਥੇ ਭੇਜ ਦਿੱਤਾ ਤੇ ਉਹ ਕਹਿੰਦੇ ਕਿ ਜਿਹੜਾ ਯੂਕਰੇਨ ਦੇ ਹੱਕ ਦੇ ਵਿੱਚ ਸੀ, ਜਿਹੜਾ ਯੂਕਰੇਨ ਨੂੰ ਕਹਿੰਦਾ ਸੀ ਜਿਤਾਉਣਾ ਆ, ਉਹ ਆਪ ਹੀ ਹਾਰ ਗਿਆ। ਹਾਂਜੀ। ਇਹ ਵੀ ਦੇਖੋ ਕੁਦਰਤ ਦੀ ਗੱਲ ਹੈ, ਜਿਹੜਾ ਦੂਸਰੇ ਦੇਸ਼ਾਂ ਨੂੰ ਜਿਤਾਉਂਦਾ ਫਿਰਦਾ ਆ, ਉਹਨੂੰ ਇਹ ਪਤਾ ਹੀ ਨਹੀਂ ਵੀ ਮੈਂ ਆਪ ਵੀ ਹਾਰ ਜਾਵਾਂ। ਹਾਂਜੀ। ਇਹ ਡੈਮੋਕ੍ਰੇਸੀ ਦੀ ਵੀ ਵੰਡਰ ਹੈ।
ਜੀ ਬਿਲਕੁਲ ਕਿ ਤੁਸੀਂ ਬਾਹਰ ਤੁਰੇ ਫਿਰਦੇ ਆ, ਘਰ ਤੁਹਾਡੇ ਕੀ ਹੋਣਾ। ਸਾਡਾ ਹੀ ਪ੍ਰਾਈਮ ਮਿਨਿਸਟਰ ਉੱਥੇ ਕਿਆ ਫੋਟੋ ਖਿਚਾਉਣ ਲੱਗਾ ਸੀ, ਇੱਧਰ ਨੱਠਦਾ ਸੀ, ਕਦੇ ਉੱਧਰ ਨੱਠਦਾ ਸੀ। ਜੇ ਅੱਜ ਇਲੈਕਸ਼ਨ ਕਰਾ ਦੇਵੇ, ਹਾਂਜੀ, ਜੇ ਜਗਮੀਤ ਸਿੰਘ ਨਾ ਹੁੰਦਾ ਤਾਂ ਅੱਜ ਨੇ ਹਾਰ ਜਾਣਾ ਸੀ। ਹਾਂਜੀ ਬਿਲਕੁਲ। ਜਗਮੀਤ ਸਿੰਘ ਨੇ ਚਾਬੀਆਂ ਦਿੱਤੀਆਂ ਆ, ਲੈ ਭਾਈ ਤੂੰ ਆਰਾਮ ਨਾਲ ਐਸ਼ ਕਰ, ਤਾਂ ਜਾਂਦਾ ਲੱਗਾ ਮੇਰੇ ਨੂੰ ਕੁਝ ਦੇ ਜਾਈਂ। ਮੈਰਿਜ ਆਫ ਕਨਵੀਨੀਅੰਸ ਡਾਕਟਰ ਸਾਹਿਬ, ਮੈਰਿਜ ਆਫ ਕਨਵੀਨੀਅੰਸ ਵੀ ਹੈ ਤੇ ਇਹ ਇੱਕ ਸਟ੍ਰੇਂਜ ਮੈਰਿਜ ਵੀ ਹੈ ਇਹਨਾਂ ਦੀ। ਹਾਂਜੀ, ਕਿ ਜਿਹੜੀਆਂ ਗੱਲਾਂ NDP ਕਹਿੰਦੀ ਸੀ ਉਹ ਕਰ ਨਹੀਂ ਰਹੇ ਔਰ ਉਹਦੇ ਉਲਟ ਕੰਮ ਕਰ ਰਹੇ। ਹਾਂਜੀ, ਹੁਣ ਕਿਉਂਕਿ ਉਹਨਾਂ ਨੂੰ ਚਾਬੀ ਦੇ ਚੁੱਕੇ ਆ ਤੇ ਵਾਪਸ ਲੈਣ ਲਈ ਸ਼ਰਮ ਆਉਂਦੀ ਹੈ ਉਹਨਾਂ ਨੂੰ। ਹਾਂਜੀ, ਹਾਲਾਂਕਿ ਇਹਨਾਂ ਦੇ ਕੋਲ ਬਹੁਤ ਇਦਾਂ ਦੀਆਂ ਇਸ਼ੂਜ਼ ਹੈ ਜਿਨ੍ਹਾਂ ਦੇ ਵਿੱਚੋਂ ਇੱਕ ਕਹਿੰਦੇ ਹੁੰਦੇ ਇਲੈਕਟੋਰਲ ਰਿਫਾਰਮ ਦੀ ਗੱਲ ਕਰਦੇ ਕਿ ਜਿਹੜਾ ਪ੍ਰੈਜ਼ੈਂਟ ਇਲੈਕਸ਼ਨ ਸਿਸਟਮ ਆ ਉਹ ਠੀਕ ਨਹੀਂ ਸਾਡੇ ਲਈ, ਅਸੀਂ ਚਾਹੁੰਦੇ ਆ PR ਸਿਸਟਮ, ਪ੍ਰੋਪੋਰਸ਼ਨਲ ਰੈਪਰੈਜ਼ੈਂਟੇਸ਼ਨ। ਦੁਨੀਆ ਭਰ ਦੇ ਵਿੱਚ ਜਗਮੀਤ ਸਿੰਘ ਹੁਣੀ ਪੜ੍ਹ ਕੇ ਦੇਖ ਲੈਣ, ਦੁਨੀਆ ਭਰ ਦੇ ਵਿੱਚ ਫਾਸ਼ਿਸਟ ਬੰਦੇ ਜਦੋਂ ਪਾਵਰ ਦੇ ਵਿੱਚ ਆਏ ਆ ਉਹ PR ਰਾਹੀਂ ਆਏ ਆ। ਰਾਈਟ ਵਿੰਗ ਜਿੰਨੀਆਂ ਵੀ ਸਰਕਾਰਾਂ ਬਣੀਆਂ ਆ ਹਿਟਲਰ ਤੋਂ ਲੈ ਕੇ ਅੱਜ ਤਾਈਂ ਉਹਨਾਂ ਨੇ ਕੀ ਰਵੱਈਆ ਉਹਨਾਂ ਦਾ ਹੋਣਾ ਆ ਘੱਟ ਗਿਣਤੀਆਂ ਦੇ ਖਿਲਾਫ, ਖਾਸ ਤੌਰ ਤੇ ਪੱਗਾਂ ਵਾਲਿਆਂ ਦੇ ਖਿਲਾਫ, ਹਿਜਾਬ ਦੇ ਖਿਲਾਫ, ਉਹ ਇਹਦਾ ਅੰਦਾਜ਼ਾ ਲਾ ਕੇ ਦੇਖ ਲਓ। ਡਾਕਟਰ ਸਾਹਿਬ ਵੈਸੇ ਨਾ ਹਰ ਇੱਕ ਚੀਜ਼ ਪੈਂਡੈਮਿਕ ਦੇ ਸਿਰ ਮੜ ਦਿੱਤੀ ਜਾਂਦੀ ਆ। ਜੇ ਅਨਇੰਪਲੋਇਮੈਂਟ ਹੈਗੀ ਹੈ ਤਾਂ ਪੈਂਡੈਮਿਕ ਦੀ ਵਜ੍ਹਾ ਤੇ ਆ, ਜੇ ਲਾਈਨ ਅਪਸ ਹੋ ਰਹੀਆਂ ਨੇ 에ਅਰਪੋਰਟ ਤੇ ਲਾਈਨ ਅਪਸ ਨੇ, ਪਾਸਪੋਰਟ ਆਫਿਸ ਦੇ ਬਾਹਰ ਲਾਈਨ ਅਪਸ ਨੇ, ਉਹ ਵੀ ਪੈਂਡੈਮਿਕ ਦੀ ਕਰਕੇ ਕਹਿ ਦਿੰਦੇ ਆ ਕਿ ਉਹੀ ਰੀਜ਼ਨ ਹੈਗਾ। ਜੇ ਇਮੀਗ੍ਰੇਸ਼ਨ ਬੈਕਲੌਗ ਦੀ ਗੱਲ ਕਰ ਲਓ ਤਾਂ ਵੀ ਕਹਿ ਦਿੰਦੇ ਨੇ ਪੈਂਡੈਮਿਕ ਦੀ ਕਰਕੇ ਹੋਇਆ। ਪਰ ਹੁਣ ਜੌਨ ਆਈਵਸਨ ਦੀ ਇੱਕ ਰਿਪੋਰਟ ਆਈ ਆ, ਉਹਨਾਂ ਨੇ ਇਹ ਕਿਹਾ ਵੀ ਜਿਹੜੇ ਕੈਨੇਡੀਅਨਸ ਹੈਗੇ ਆ, ਜਿਹੜੀਆਂ ਬੇਸਿਕ ਗਵਰਨਮੈਂਟ ਸਰਵਿਸਿਜ਼ ਹੈਗੀਆਂ ਨੇ, ਜਿਹੜੀ ਸਰਕਾਰ ਆ ਉਹ ਕੈਨੇਡੀਅਨਸ ਨੂੰ ਉਹ ਪ੍ਰੋਵਾਈਡ ਕਰਨ ਦੇ ਵਿੱਚ ਵੀ ਨਾਕਾਮਯਾਬ ਰਹੀ ਆ। ਉਹਨਾਂ ਨੂੰ ਬੁਨਿਆਦੀ ਜਿਹੜੀਆਂ ਸਹੂਲਤਾਂ ਨੇ ਉਹਦੇ ਵਿੱਚ ਵੀ ਉਹ ਜਿਹੜੀ ਸਰਕਾਰ ਆ ਬਿਲਕੁਲ ਫੇਲੀਅਰ ਉਹ ਸਾਬਿਤ ਹੋਈ ਹੈਗੀ ਆ। ਤੇ ਉਹਨੇ ਆਪਣੀ ਰਿਪੋਰਟ ਦੇ ਵਿੱਚ ਇੱਕ ਹੋਰ ਚੀਜ਼ ਲਿਖੀ ਆ ਕਿ ਜਿਹੜੀ ਕੈਨੇਡੀਅਨ ਵਰਕਫੋਰਸ 1/4 ਜਾਨੀ ਕਿ 1/4 ਹਿੱਸਾ ਇਹ ਪੈਂਡੈਮਿਕ ਦੀ ਸ਼ੁਰੂਆਤ ਦੇ ਵਿੱਚ ਹੀ ਅਨਇੰਪਲੋਇਡ ਸੀ, ਅਣਗਿਣਤ ਪਬਲਿਕ ਸਰਵਿਸਿਜ਼ ਦੇ ਵਿੱਚ ਪਹਿਲਾਂ ਤੋਂ ਹੀ ਨਿਗਾਰ ਸੀ। ਤੁਸੀਂ ਕੀ ਕਹਿਣਾ ਚਾਹੋਗੇ ਇਸ ਰਿਪੋਰਟ ਦੇ ਬਾਰੇ? ਸਾਡੇ ਇੱਕ ਬੰਦਾ ਪ੍ਰਾਈਮ ਮਿਨਿਸਟਰ ਤੇ ਕਿਤਾਬ ਲਿਖਦਾ ਤੇ ਉਹ ਕਹਿੰਦਾ ਕਿ ਮੈਂ ਆਟਵਾ ਦੇ ਵਿੱਚ ਕੁਝ ਇੱਕ ਮਿਨਿਸਟਰਸ ਨੂੰ ਮਿਲਿਆ ਜਿਹੜੇ ਲਿਬਰਲ ਪਾਰਟੀ ਦੇ। ਕਹਿੰਦਾ ਕਈਆਂ ਦਾ ਤੇ ਮੈਨੂੰ ਯਕੀਨ ਨਹੀਂ ਸੀ ਆਉਂਦਾ ਕਿ ਜਾ ਕੇ ਇਹ ਬੰਦੇ ਹੋਣੇ ਆ ਜਿਹੜੇ ਪੁੱਛਦੇ ਹੋਣੇ ਸਾਬੇ ਵਿੱਚ ਜਾ ਕੇ ਕਿ 1 ਫੁੱਟ ਸੈਂਡ ਵਿੱਚ ਕਿੰਨੀ ਹੁੰਦੀ ਹੈ। ਕਹਿੰਦਾ ਇਦਾਂ ਦੇ ਬੰਦੇ ਲੀਡਰਸ਼ਿਪ ਰੋਲ ਤੇ ਕਰਦੇ ਆ ਸਾਡੇ ਦਾ, ਤੇ ਉਹਨਾਂ ਦੇ ਥੱਲੇ ਬਿਊਰੋਕ੍ਰੇਸੀ ਜਿਹੜੀ ਆ ਉਹ ਪਤਾ ਨਹੀਂ ਕੀ ਹੋ ਗਿਆ। ਮਤਲਬ ਇਹਦੀ ਵੀ ਸਟੱਡੀ ਕਰਨ ਦੀ ਲੋੜ ਹੈ। ਇਹੀ ਬਿਊਰੋਕ੍ਰੇਸੀ ਜਿੱਦਣ ਪੈਂਡੈਮਿਕ ਸ਼ੁਰੂ ਹੋਇਆ ਇਹਨਾਂ ਨੇ 2 ਮਿਲੀਅਨ ਐਪਲੀਕੇਸ਼ਨ 2 ਹਫ਼ਤਿਆਂ ਦੇ ਵਿੱਚ ਭੇਜ ਦਿੱਤੀਆਂ। ਜਦੋਂ ਪੈਸੇ ਭੇਜਣ ਲੱਗੇ ਹਾਂਜੀ ਇਹਨਾਂ ਨੇ ਕਲੀਅਰ ਕਰਤੀਆਂ। ਫਿਰ ਤੁਸੀਂ ਪਾਸਪੋਰਟ ਕੈਨੇਡਾ ਦੇ ਹੁਣ ਦੇਖੋ, ਉਹਨਾਂ ਨੇ ਅੰਕੜੇ ਦਿੱਤੇ ਆ ਕਿ 219 ਤੋਂ ਪਹਿਲਾਂ ਵਾਲੇ ਉਦੋਂ ਵੀ ਨੰਬਰ ਆਫ ਐਪਲੀਕੇਸ਼ਨ ਇੰਨੀਆਂ ਹੁੰਦੀਆਂ ਸੀ। ਇਹ ਨਵੀਆਂ ਨਹੀਂ ਆਈਆਂ। ਹਾਂਜੀ, ਕੋਈ ਨਵੀਂ ਗੱਲ ਨਹੀਂ ਇਹਦੇ ਵਿੱਚ। ਉਸ ਵੇਲੇ ਬੜਾ ਸੋਹਣਾ ਪਾਸਪੋਰਟ ਦੇਈ ਜਾਂਦੇ ਸੀ ਤੇ ਹੁਣ ਪਾਸਪੋਰਟ ਨਹੀਂ ਦੇਣਾ, ਅਸੀਂ ਤੁਹਾਨੂੰ ਕੁਰਸੀ ਲਿਆ ਕੇ ਦੇ ਦਿੰਦੇ। ਹਰ ਇੱਕ ਸਰਵਿਸ ਦੇ ਵਿੱਚ ਨਿਗਾਰ ਆ ਚੁੱਕਾ ਹੈ। ਲੀਡਰਸ਼ਿਪ ਦਾ ਰਿਸਪੌਂਸਿਬਿਲਿਟੀ ਜਿਹੜੀ ਆ ਉਹ ਦੇਖੋ ਮੰਨ ਰਿਹਾ ਕਿ ਐਮਰਜੈਂਸੀ ਅਸੀਂ ਤਾਂ ਲਾਤਾ ਸੀ, ਸਾਨੂੰ ਪੁਲਿਸ ਵਾਲਿਆਂ ਨੇ ਕਹਿਤਾ ਸੀ। ਉਹ ਕਹਿੰਦੇ ਅਸੀਂ ਤਾਂ ਕਿਹਾ ਹੀ ਨਹੀਂ। ਫਿਰ ਕਹਿੰਦੇ ਸਾਡੇ ਮਿਨਿਸਟਰ ਨੂੰ ਤਾਂ ਮਿਸਅੰਡਰਸਟੂਡ ਕਰ ਲਿਆ ਗਿਆ ਸੀ। ਮਿਸਅੰਡਰਸਟੂਡ। ਫਿਰ ਉਸ ਬਿਊਰੋਕ੍ਰੇਸੀ ਨੇ ਤੁਹਾਡੇ ਨਾਲ ਕਿੱਦਾਂ ਖੜਨਾ ਹੈ ਜੇ ਤੁਸੀਂ ਇਹੀ ਭਾਲਦੇ ਰਹਿੰਦੇ ਆ ਕਿ ਕੋਈ ਮੌਕਾ ਆਵੇ ਜਦੋਂ ਅਸੀਂ ਆਪਣੇ ਸਿਰੋਂ ਗਲੋਂ ਗਲਾਵਾਂ ਲਾ ਕੇ ਇਹਨਾਂ ਦੇ ਸਿਰ ਭਾਂਡਾ ਭੰਨ ਦਈਏ। ਹਾਂਜੀ, ਉਹ ਡੀਮੋਰਲਾਈਜ਼ ਤਾਂ ਹੋ ਜਾਂਦੇ ਨੇ। ਹਾਂਜੀ ਬਿਲਕੁਲ। ਹੁਣ ਕਿੰਨੇ ਦਿਨ ਹੋ ਗਏ ਇਹਨਾਂ ਨੂੰ ਲੱਗਿਆਂ ਨੂੰ, ਇਮੀਗ੍ਰੇਸ਼ਨ ਦੀ ਗੱਲ ਕਰਦੇ ਆ ਅਸੀਂ, ਪਾਸਪੋਰਟਸ ਦੀ ਗੱਲ ਕਰਦੇ ਆ, ਜਿੰਨੀਆਂ ਵੀ ਇਹਨਾਂ ਦੀਆਂ ਸਰਵਿਸਿਜ਼ ਪ੍ਰੋਵਾਈਡ ਕਰਨੀਆਂ। ਆਡੀਟਰ ਜਨਰਲ ਨੇ ਅੱਜ ਤੋਂ ਮਹੀਨਾ ਪਹਿਲਾਂ ਕਿਹਾ ਸੀ, ਉਹ ਕਹਿੰਦੀ ਕਿ ਮੈਂ ਅੱਜ ਦੀ ਨਹੀਂ ਗੱਲ ਕਰਦੀ, ਮੇਰੀ ਟਰਮ ਖਤਮ ਹੋ ਚੱਲੀ ਆ
ਕਹਿੰਦੀ ਮੈਨੂੰ ਨਹੀਂ ਲੱਗਦਾ ਕਿ ਮੇਰੀ ਟਰਮ ਦੇ ਵਿੱਚ ਇਹ ਕੁਝ ਸਰਵਿਸਿਜ਼ ਪ੍ਰੋਵਾਈਡ ਕਰਨ ਜੋਗੇ ਹੋਣਗੇ। ਹਾਂਜੀ, ਇਹਨਾਂ ਦੇ ਵਿੱਚ ਕੀ ਰੌਟ ਪੈ ਗਈ ਹੈ? ਪ੍ਰਾਈਮ ਮਿਨਿਸਟਰ ਨੇ ਡਿਸਾਈਡ ਕਰ ਲਿਆ ਵੀ ਮੈਂ ਨਹੀਂ ਰਨ ਕਰਨਾ। ਮਿਨਿਸਟਰਸ ਨੂੰ ਇੱਦਾਂ ਲੱਗਦਾ ਕਿ ਜਾਂ ਤਾਂ ਹੁਣ ਪੈਨਸ਼ਨ ਲਈਏ ਜਾਂ ਫਿਰ ਸਰੀ 'ਚ ਜਾ ਕੇ ਮੇਅਰ ਦੇ ਰਨ ਕਰੀਏ। ਹਾਂਜੀ, ਇਹ ਵੀ ਬਹੁਤੇ ਬੰਦੇ ਇੱਦਾਂ ਵੀ ਕਹਿੰਦੇ, ਜਿੱਦਾਂ ਕਹਿੰਦੇ ਹੁੰਦੇ ਵੀ ਜੋ ਸ਼ਿਪ ਡੁੱਬਣ ਲੱਗਦਾ ਤਾਂ ਫਿਰ ਚੂਹੇ ਪਹਿਲਾਂ ਨੱਠਦੇ। ਹਾਂਜੀ, ਜਿਨ੍ਹਾਂ ਦੇ ਸ਼ਿਪ ਡੁੱਬਣ ਲੱਗਦੇ ਆ ਉਹ ਚੂਹੇ ਨੱਠਣ ਨੂੰ ਫਿਰਦੇ ਆ। ਹਾਂਜੀ, ਤੇ ਉੱਥੇ ਆਟਵਾ 'ਚ ਚੂਹੇ ਬਹੁਤ ਨੱਠਣ ਨੂੰ ਫਿਰਦੇ। ਹਾਂਜੀ, ਉਹਨਾਂ ਦਾ ਧਿਆਨ ਜਿਹੜਾ ਸਰਵਿਸ ਪ੍ਰੋਵਾਈਡ ਕਰਨ ਨੂੰ ਨਹੀਂ ਆ, ਉਹਨਾਂ ਦਾ ਤਾਂ ਧਿਆਨ ਇਹ ਹੈ ਵੀ ਸ਼ਿਪ ਨੂੰ ਛੱਡ ਕੇ ਜਾਣਾ ਕਿੱਧਰ ਨੂੰ। ਹਾਂਜੀ, ਜੇ ਇਹਦੇ ਵਿੱਚ ਹੀ ਬੌਂਦਲੇ ਫਿਰਦੇ ਆ ਫਿਰ ਇਲੈਕਸ਼ਨ ਹੀ ਕਰਾ ਲੈਣ। ਤਾਂ ਹਾਂਜੀ, ਜੇ ਪਹਿਲੀ ਗੱਲ ਤਾਂ ਸਿੱਧੇ ਤੌਰ ਤੇ ਤਾਂ NDP ਜ਼ਿੰਮੇਵਾਰ ਹੈ, ਜਗਮੀਤ ਸਿੰਘ ਹੁਣੀ ਜ਼ਿੰਮੇਵਾਰ ਹੈ, ਨਹੀਂ ਤਾਂ ਇਹਨਾਂ ਦੀ ਸਰਕਾਰ ਜਾਂਦੀ ਲੱਗੀ ਕੋਈ ਨਵੀਂ ਸਰਕਾਰ ਦਾ ਚੁਣਦੇ। ਹਾਂਜੀ, ਬਿਲਕੁਲ, ਜਿਨ੍ਹਾਂ ਦੇ ਵਿੱਚੋਂ ਕੈਪੇਬਲ ਬੰਦੇ ਹੁੰਦੇ ਆ ਕੇ ਮੋਰੇ ਕਹਿੰਦੇ ਕਿ ਅਸੀਂ ਰਿਜ਼ੋਲਵ ਕਰ ਸਕਦੇ ਹਾਂ ਕ੍ਰਾਈਸਿਸ, ਸਰਵਿਸਿਜ਼ ਪ੍ਰੋਵਾਈਡ ਕਰ ਸਕਦੇ ਹਾਂ। ਹਾਂਜੀ, ਜੇ ਉਹਨਾਂ ਨੇ ਵੈਸੇ ਤਾਂ ਇੱਕ ਆਪੋਜੀਸ਼ਨ ਪਾਰਟੀ ਹੁੰਦੇ ਹੋਏ ਉਹਨਾਂ ਦਾ ਵੀ ਫਰਜ਼ ਬਣਦਾ ਕਿ ਸਰਕਾਰ ਨੂੰ ਰਿਸਪੌਂਸਿਬਲ ਤੇ ਉਹਨਾਂ ਦੀ ਜਿਹੜੀ ਡਿਊਟੀ ਆ ਉਹਦੇ ਬਾਰੇ ਸਮਝਾਇਆ ਜਾਵੇ, ਉਹਦੇ ਬਾਰੇ ਉਹਨਾਂ ਨੂੰ ਅਕਾਊਂਟੇਬਲ ਰੱਖਿਆ ਜਾਵੇ। ਪਰ ਉਹਨਾਂ ਨੇ ਚਾਬੀਆਂ ਦੇ ਦਿੱਤੀਆਂ ਜਗਮੀਤ ਸਿੰਘ ਨੂੰ। ਹਾਂਜੀ, ਤੇ ਨਹੀਂ ਤੁਸੀਂ ਜੋ ਮਰਜ਼ੀ ਕਰੋ। ਹਾਂਜੀ, ਉਹਦੇ ਨਾਲ ਤਾਂ ਇਹਨਾਂ ਨੇ ਕੁਛ ਨਹੀਂ ਸੁਧਾਰਨਾ। ਨਹੀਂ, ਜੇ ਸਰਕਾਰਾਂ ਐਕਸ਼ਨ ਚ ਆਉਂਦੀਆਂ ਨੇ, ਖਾਸ ਤੌਰ ਤੇ ਘੱਟ ਗਿਣਤੀ ਸਰਕਾਰਾਂ ਤਾਂ ਐਕਸ਼ਨ ਚ ਆਉਂਦੀਆਂ ਨੇ ਜਦੋਂ ਇਹਨਾਂ ਨੂੰ ਪਤਾ ਲੱਗ ਜਾਂਦਾ ਵੀ ਅੱਜ ਅਸੀਂ ਭਰੋਸੇ ਦਾ ਵੋਟ ਹਾਰ ਜਾਣਾ। ਬਿਲਕੁਲ ਡਾਕਟਰ ਸਾਹਿਬ, ਜਦੋਂ ਕੁਰਸੀ ਜਾਂਦੀ ਲੱਗੇ ਨਾ, ਜਦੋਂ ਪ੍ਰੈਸ਼ਰ ਬਿਲਡ ਹੁੰਦਾ, ਕੁਰਸੀ ਨੂੰ ਨਹੀਂ ਛੱਡਣਾ ਚਾਹੁੰਦਾ ਕੋਈ ਵੀ। ਨਹੀਂ, ਕੁਰਸੀ ਛੱਡਣ ਦਾ ਪ੍ਰੈਸ਼ਰ ਪੈ ਜਾਵੇ ਫਿਰ ਪਰਫਾਰਮ ਵੀ ਕਰਦੇ। ਹਾਂਜੀ, ਫਿਰ ਇੱਕਦਮ ਐਕਸ਼ਨ ਦੇ ਵਿੱਚ ਆਉਂਦੇ। ਹਾਂਜੀ, ਪਰ ਹੁਣ ਉਹ ਕੁਰਸੀ ਛੱਡਣ ਦਾ ਪ੍ਰੈਸ਼ਰ ਖਤਮ ਹੈ ਤੇ ਇਸ ਕਰਕੇ ਐਕਸ਼ਨ ਕੋਈ ਨਹੀਂ ਹੋ ਰਿਹਾ। ਹਾਂਜੀ, ਇਸੇ ਕਰਕੇ ਤਾਂ ਹਰ ਇੱਕ ਚੀਜ਼ ਇੱਕ ਕਹਿੰਦੇ ਨੂੰ ਸੌਖਾ ਤਰੀਕਾ ਮਿਲਿਆ ਹੋਇਆ ਕਿ ਪੈਂਡੈਮਿਕ ਦਾ ਨਾਂ ਲੈ ਦਿਓ ਤੇ ਸਾਰਿਆਂ ਨੂੰ ਚੁੱਪ ਕਰਾ ਦਿਓ, ਕਿਉਂਕਿ ਉਸ ਤੋਂ ਬਾਅਦ ਫਿਰ ਲੋਕ ਸਵਾਲ ਨਹੀਂ ਉਠਾਉਂਦੇ ਹੈਗੇ। ਸਭ ਨੂੰ ਲੱਗਦਾ ਕਿ ਪੈਂਡੈਮਿਕ ਦੀ ਵਜ੍ਹਾ ਕਰਕੇ ਹੀ ਹੋਇਆ। ਪੈਂਡੈਮਿਕ ਦੇ ਨਾਲ ਕੀ ਸਾਡੀ ਰੀੜ ਦੀ ਹੱਡੀ ਜਾਂਦੀ ਲੱਗੀ? ਕਿਹੜੀ ਗੱਲ ਹੋ ਗਈ ਪੈਂਡੈਮਿਕ? ਇੱਕ ਗੱਲ ਜ਼ਰੂਰ ਹੁੰਦੀ ਸੀ ਕਿ ਘਰਾਂ ਦੇ ਵਿੱਚ ਬੈਠ ਕੇ ਲੋਕੀ ਕੰਮ ਕਰਦੇ ਸੀ। ਹਾਂਜੀ, ਹੁਣ ਤੁਸੀਂ ਨੋਟਿਸ ਭੇਜ ਦਿਓ ਸਾਰੇ EMPLOYEES ਨੂੰ ਵੀ ਤੁਸੀਂ ਘਰ 'ਚ ਕੰਮ ਨਹੀਂ ਕਰ ਸਕਦੇ, ਕਿਉਂਕਿ ਪਾਸਪੋਰਟ ਦਫ਼ਤਰ ਵਾਲੇ ਅਜੇ ਵੀ ਕਹਿੰਦੇ ਆ ਕਿ ਉਹਨਾਂ ਦੇ ਕੋਈ 20% ਬੰਦੇ ਆ ਜਿਹੜੇ ਅਜੇ ਘਰੋਂ ਕੰਮ ਕਰਦੇ ਆ। ਹੁਣ ਘਰੋਂ ਬੈਠੇ ਕੰਮ ਕਰਦੇ ਕੀ ਡਾਟਾ ਐਂਟਰੀ ਕਰ ਸਕਦੇ ਉਹ? ਕਿ ਜੀ ਉਹਨਾਂ ਨੂੰ ਦਫ਼ਤਰਾਂ ਦੇ ਵਿੱਚ ਹੀ ਜਾਣਾ ਪੈਣਾ? ਜੀ, ਜੇ ਉਹਨਾਂ ਨੂੰ ਦਫ਼ਤਰਾਂ ਦੇ ਵਿੱਚ ਹੀ ਜਾਣਾ ਪੈਣਾ ਫਿਰ ਉਹ ਰੈਗੂਲੇਟ ਕਰ ਦੇਣ ਕਿ ਭਾਈ ਨਹੀਂ ਆਉਣਾ ਤੁਸੀਂ ਜੌਬ ਛੱਡੋ। ਹਾਂਜੀ, ਸਾਡੇ ਕੋਲ ਹੋਰ ਵੀ ਬੰਦੇ ਹੈਗੇ ਜਿਹਨਾਂ ਨੂੰ ਰੱਖ ਸਕਦੇ ਅਸੀਂ। ਹਾਂਜੀ, ਬਿਲਕੁਲ, ਇੱਥੇ ਘਾਟ ਨਹੀਂ ਹੈ। ਇੱਕ ਬੰਦਾ ਛੱਡੇ ਤਾਂ 3 ਤਿਆਰ ਆ ਬੈਠੇ। ਹਾਂਜੀ ਡਾਕਟਰ ਸਾਹਿਬ, ਖਾਸ ਤੌਰ ਤੇ ਫੈਡਰਲ ਸਰਕਾਰ ਦੀਆਂ ਜਿਹੜੀਆਂ ਨੌਕਰੀਆਂ ਨਾ ਲੋਕੀ ਲੱਭਦੇ ਫਿਰਦੇ ਆ। ਹਾਂਜੀ, ਸਟੂਡੈਂਟ ਸਾਡੇ ਲੱਭਦੇ ਫਿਰਦੇ ਆ ਜੀ ਕਿ ਸਾਨੂੰ ਥੋੜੇ ਮਹੀਨਿਆਂ ਲਈ ਰੱਖੋ, ਪਰ ਫੈਡਰਲ ਸਰਕਾਰ ਦੇ ਵਿੱਚ ਇੱਕ ਤਾਂ ਚੰਗੀ ਤਨਖਾਹ ਮਿਲਦੀ ਹੈ, ਪੈਨਸ਼ਨ ਮਿਲਦੀ ਹੈ, ਸਾਰੀਆਂ ਐਕਸਟੈਂਡਡ ਹੈਲਥ ਬੈਨੀਫਿਟਸ ਮਿਲਦੀਆਂ ਉਹਨਾਂ ਨੂੰ। ਹਾਂਜੀ, ਤੇ ਇਹ ਅਖੀਰ ਨੂੰ ਤਾਂ ਬਕ ਸਟਾਪ ਸਮਵੇਅਰ ਜੀ, ਤੇ ਉਹ ਮਿਨਿਸਟਰੀ ਤੇ ਤਾਂ ਉਹ ਪ੍ਰਾਈਮ ਮਿਨਿਸਟਰ ਤੇ ਆ। ਡਾਕਟਰ ਸਾਹਿਬ ਇਹਨਾਂ ਨੇ ਤਾਂ ਸੋਲੂਸ਼ਨ ਵੀ ਆਹੀ ਦਿੱਤਾ ਸੀਗਾ ਕਿ ਉੱਥੇ ਕੁਰਸੀਆਂ ਪ੍ਰੋਵਾਈਡ ਕਰਨਗੇ। ਮਤਲਬ ਇਹ ਸਾਡੇ ਤਾਂ ਉਹ ਰਾਤ ਨੂੰ ਜਿੱਦਾਂ US ਦੇ ਵਿੱਚ NBC ABC ਸਾਰਿਆਂ ਦੇ ਲੱਗੇ ਹੁੰਦੇ ਨਾ ਰਾਤ ਨੂੰ ਜਿਹੜੇ ਕਮੇਡੀਅਨ ਨੇ। ਹਾਂਜੀ, ਜੇ ਸਾਡੇ ਹੋਣ ਤਾਂ ਕਮ ਸੇ ਕਮ ਉਹਨਾਂ ਨੂੰ ਜਸਟਿਨ ਟਰੂਡੋ ਹਰ ਰੋਜ਼ ਨਸਾਉਣ ਲਈ ਨਫ ਮਟੀਰੀਅਲ ਦੇ ਸਕਦਾ। ਹਾਂਜੀ ਡਾਕਟਰ ਸਾਹਿਬ, ਬਿਲਕੁਲ ਸਹੀ ਕਿਹਾ ਤੁਸੀਂ। ਡਾਕਟਰ ਸਾਹਿਬ, ਰੁਕ ਕਰਦੇ ਹਾਂ ਜੀ ਅਗਲੀ ਖਬਰ ਵੱਲ। ਕੈਨੇਡੀਅਨ ਫੋਰਸਿਸ ਵੱਲੋਂ ਸੈਕਸ ਅਸੌਲਟ ਕੇਸਿਸ ਦੇ ਟ੍ਰਾਂਸਫਰ ਨੂੰ ਲੈ ਕੇ ਇੱਕ ਨਵਾਂ ਵਿਵਾਦ ਸਾਹਮਣੇ ਆ ਗਿਆ। ਲੜਾਈ ਹੋ ਰਹੀ ਹੈ ਜੀ ਫੰਡਿੰਗ ਨੂੰ ਲੈ ਕੇ। ਪੂਰਾ ਮਸਲਾ ਦੱਸੋ ਕਿ ਹੈ ਕੀ? ਦੇਖੋ, ਜਦੋਂ ਇਹਨਾਂ ਨੇ ਸੁਜੈਸਸ਼ਨ ਦਿੱਤੀ ਸੀ ਕਿ ਸਭ ਤੋਂ ਪਹਿਲਾਂ ਜਿਹੜੇ ਸੈਕਸ਼ੂਅਲ ਹੈਰੈਸਮੈਂਟ ਦੇ ਕੇਸਿਸ ਹੈ ਉਹ ਆਊਟਸਾਈਡ ਪੁਲਿਸ ਇਨਵੈਸਟੀਗੇਟ ਕਰੂਗੀ, ਮਿਲਟਰੀ ਪੁਲਿਸ ਨਹੀਂ ਇਨਵੈਸਟੀਗੇਟ। ਹਾਂਜੀ, ਹੁਣ ਇਹਨਾਂ ਨੇ ਉਹ ਜਿਹੜੀ ਇਨਵੈਸਟੀਗੇਸ਼ਨ ਆਪਣੇ ਆਪ ਦੇ ਵਿੱਚ ਇੱਕ ਪ੍ਰੋਬਲਮ ਪੈਣੀ ਹੈ ਕਿ ਤੁਸੀਂ ਮਿਲਟਰੀ ਨੂੰ ਇੱਕ ਬਾਹਰ ਵਾਲੀ ਇਨਵੈਸਟੀਗੇਸ਼ਨ ਟੀਮ ਤੋਂ ਜਿੱਦਾਂ ਪੁਲਿਸ ਤੋਂ ਇਨਵੈਸਟੀਗੇਟ ਕਰਾਉਣਾ, ਉਹਨਾਂ ਨੇ ਆਪਣੇ ਰੈਂਕ ਕਲੋਜ਼ ਕਰ ਲੈਣੇ। ਇਹ ਤਾਂ 2 ਕਦਮ ਅੱਗੇ ਦੀ ਪ੍ਰੋਬਲਮ ਹੈ।
ਸਭ ਤੋਂ ਪਹਿਲਾਂ ਤਾਂ ਜਦੋਂ ਇਹਨਾਂ ਨੇ ਕੇਸਿਸ ਦਿੱਤੇ ਹੀ ਆ ਉਹਨਾਂ ਨੂੰ, ਹੁਣ ਪੁਲਿਸ ਫੋਰਸਿਸ ਆਉਂਦੀਆਂ ਮਿਊਨਿਸਪੈਲਿਟੀਜ਼ ਦੇ ਅੰਦਰ, ਤੇ ਉਹਨਾਂ ਲਈ ਕੌਣ ਰਿਸਪੌਂਸੀਬਲ ਹੈ? ਪ੍ਰੋਵਿੰਸ਼ੀਅਲ ਸਰਕਾਰਾਂ। ਜਾਂ ਪੈਸੇ ਦੇਣ, ਉਹ ਕਹਿੰਦੇ ਕਿ ਪੈਸੇ ਦਿੱਤੇ ਨਹੀਂ ਸਾਨੂੰ, ਤਾਂ ਇਨਵੈਸਟੀਗੇਸ਼ਨ ਕਾਹਦੇ ਕਰੀਏ? ਸਾਨੂੰ ਕੰਮ ਦੇ ਦਿੱਤਾ ਪਰ ਪੈਸੇ ਕੋਈ ਨਹੀਂ ਦਿੱਤੇ। ਹਾਂਜੀ, ਇਹ ਫੰਡਿੰਗ ਦੀ ਇਸ਼ੂ ਬਣ ਗਈ ਨੰਬਰ 1। ਹਾਂਜੀ। ਸੋ 23 ਦੀਆਂ 23 ਕੇਸਿਸ ਜਿਹੜੇ ਅਜੇ ਤਾਈਂ ਮਿਊਨਿਸਪੈਲਿਟੀ ਨੂੰ ਇਹਨਾਂ ਨੇ ਦੇਣ ਲਈ ਕਿਹਾ ਸੀ, ਉਹਨਾਂ ਨੇ ਰਿਜੈਕਟ ਕਰਤੇ। ਸੋ ਇਨਵੈਸਟੀਗੇਸ਼ਨ ਜਿਹੜੀ ਸ਼ੁਰੂ ਹੋ ਕੇ ਪ੍ਰੋਬਲਮ ਪੈਣੀ ਹੈ ਨਾ, ਉਹ ਤਾਂ ਅਜੇ 2 ਕਦਮ ਅੱਗੇ ਆ ਜੀ। ਇਹ ਤਾਂ ਪਹਿਲਾਂ ਹੀ ਇਹਨਾਂ ਨੇ ਬੂਹਾ ਹੀ ਖੋਲਿਆ, ਅਜੇ ਤਾਂ ਬੂਹਾ ਖੋਲ ਕੇ ਡਿੱਗ ਪਏ। ਹਾਂਜੀ, ਖੋਲਿਆ ਤੇ ਉਹ ਕਹਿੰਦੇ ਕਿ ਫੰਡਿੰਗ ਜਿਹੜੀ ਹੈ ਪੁਲਿਸ ਫੋਰਸਿਸ ਨੂੰ, ਕਿ ਇੱਕ ਕੇਸ ਤੇ ਬਹੁਤ ਉਹਨਾਂ ਨੂੰ ਪੁਲਿਸ ਆਫੀਸਰ ਲਾਉਣੇ ਪੈਂਦੇ ਨੇ, ਰਿਸੋਰਸਿਸ ਲਾਉਣੇ ਪੈਂਦੇ ਨੇ, ਉਹਦੀ ਫੰਡਿੰਗ ਕੌਣ ਦਊਗਾ ਜੀ? ਤਾਂ ਉਹ ਫੰਡਿੰਗ ਬਾਰੇ ਚੁੱਪ ਨੇ ਫੈਡਰਲ ਸਰਕਾਰ ਵਾਲੇ, ਉਹਦੇ ਤੇ ਕੁਛ ਨਹੀਂ, ਕੋਈ ਨਹੀਂ ਗੱਲ ਕੀਤੀ ਅੱਜ ਤਾਈਂ ਇਹਨਾਂ ਨੇ। ਨਾ ਡਿਫੈਂਸ ਮਿਨਿਸਟਰ ਨੇ ਗੱਲ ਕੀਤੀ, ਨਾ ਪ੍ਰਾਈਮ ਮਿਨਿਸਟਰ ਨੇ ਗੱਲ ਕੀਤੀ ਹੈ। ਤੇ ਸੁਪਰੀਮ ਕੋਰਟ ਦੀ ਜੱਜ ਆ, ਉਹਨੇ ਤਾਂ ਰეკਮੈਂਡੇਸ਼ਨ ਕਰਕੇ ਚਲ ਗਈ। ਉਹ ਡਿਫੈਂਸ ਮਿਨਿਸਟਰ ਵੀ ਅਨਾਉਂਸ ਕਰਕੇ ਬਸ ਫਿਰ ਚਲੇ ਗਏ ਡਾਕਟਰ ਸਾਹਿਬ, ਉਹ ਵੀ ਅਨਾਉਂਸ ਕਰਕੇ ਚਲ ਗਏ। ਉਹਨਾਂ ਨੂੰ ਫੈਡਰਲਿਜ਼ਮ ਸਮਝਣ ਦੀ ਜ਼ਰੂਰਤ ਹੈ ਕਿ ਫੈਡਰਲ ਨੇਚਰ ਦੇ ਵਿੱਚ ਜਿਹੜੀਆਂ ਫੈਡਰਲ ਸਰਕਾਰ ਦੀਆਂ ਜ਼ਿੰਮੇਵਾਰੀਆਂ, ਜੇ ਤੁਸੀਂ ਚਾਹੁੰਦੇ ਆ ਕਿ ਪ੍ਰੋਵਿੰਸ਼ੀਅਲ ਸਰਕਾਰ ਕੁਝ ਕਰੇ, ਉਹਨਾਂ ਦਾ ਖਰਚਾ ਹੋਣਾ ਹੈ, ਉਹ ਖਰਚਾ ਦੇਣਾ ਪੈਣਾ ਤੁਹਾਨੂੰ, ਇਹ ਕਿਸੇ ਨੇ ਨਹੀਂ ਕਰਨਾ। ਸੋ ਅੱਗੇ ਤੁਸੀਂ ਦੇਖਿਓ ਜਾ ਕੇ ਕੀ ਬਣਦਾ ਜੁੜਦਾ ਇਹਨਾਂ ਦੀ ਰეკਮੈਂਡੇਸ਼ਨ ਦਾ। ਇਹਨਾਂ ਤੇ ਤਾਂ ਪਹਿਲੇ ਪੈਰ ਤੋਂ ਹੀ ਤਿਲਕ ਗਏ ਇਹ। ਹਾਂਜੀ, ਵੈਸੇ ਵੀ ਡਾਕਟਰ ਸਾਹਿਬ ਦੇਖੋ ਤੁਸੀਂ ਕਿੰਨਾ ਇਹ ਗੰਭੀਰ ਇਸ਼ੂ ਸੀਗਾ, ਜਿਹਦੇ ਬਾਰੇ ਜਦੋਂ ਅਨੀਤਾ ਆਨੰਦ ਜੀ ਨੇ ਅਨਾਉਂਸ ਕੀਤਾ ਸੀ, ਲੱਗਦਾ ਸੀਗਾ ਵੀ ਚਲੋ ਹੁਣ ਗਾਹਾਂ ਆਸ ਦੀ ਕੋਈ ਕਿਰਨ ਹੈਗੀ ਆ ਵੀ ਕੁਝ ਚੰਗਾ ਹੋਊਗਾ, ਇਨਵੈਸਟੀਗੇਸ਼ਨ ਹੋਊਗੀ, ਚਲੋ ਸਜ਼ਾ ਮਿਲੂਗੀ ਜਿਹੜੇ ਇਹੋ ਜਿਹੇ ਕੇਸਿਸ ਆਉਂਦੇ ਆ। ਪਰ ਹੁਣ ਜਿਵੇਂ ਸਾਰਾ ਮਸਲਾ ਹੁਣ ਇਹ ਲੱਗਦਾ ਵੀ ਜਿਵੇਂ ਫੰਡਿੰਗ ਦੇ ਨਾਲ ਹੀ ਸੰਬੰਧਿਤ ਆ, ਉੱਥੇ ਕੇਂਦਰਿਤ ਹੋ ਗਿਆ, ਤੇ ਲੱਗਦਾ ਵੀ ਨਹੀਂ ਹੈਗਾ ਕਿ ਛੇਤੀ ਕਿਤੇ ਇਹ ਸੋਲਵ ਹੋ ਸਕਦਾ। ਉੱਥੇ ਰਸ਼ੀਆ ਦੀ ਇੱਕ ਐਗਜ਼ਾਮਪਲ ਦਿੰਦੇ ਆ ਕਿ ਗੱਡੀ ਖੜ ਗਈ, ਉਹਨਾਂ ਨੇ ਜਿਹੜਾ ਸਖਤ ਲੀਡਰ ਸੀ ਉੱਥੇ ਮਾਸਕੋ 'ਚ ਬੈਠਾ, ਉਹ ਕਹਿੰਦਾ ਵੀ ਜਿਹੜੇ ਚਲਾਉਣ ਵਾਲੇ ਆ ਗੱਡੀ ਨੂੰ, ਇਹਨਾਂ ਨੂੰ ਫੜ ਕੇ ਜੇਲ੍ਹ 'ਚ ਦੇ ਦਿਓ। ਉਹਨੂੰ ਜੇਲ੍ਹ 'ਚ ਦੇ ਦਿੱਤੇ। ਗੱਡੀ ਕਿੱਥੋਂ ਤੁਰਨੀ ਹੈ? ਗੱਡੀ ਵਾਲੇ ਤਾਂ ਬੰਦੇ ਜੇਲ੍ਹ 'ਚ ਆ। ਹਾਂਜੀ, ਉਹਨਾਂ ਨੇ ਦੂਜਾ ਲੀਡਰ ਆ ਗਿਆ, ਉਹਨੂੰ ਕੂ ਕਰਕੇ ਬਾਅਦ ਦੇ ਵਿੱਚ ਉਹ ਕਹਿੰਦਾ ਜੀ ਉਹਨਾਂ ਨੂੰ ਜੇਲ੍ਹ 'ਚੋਂ ਕੱਢੋ। ਉਹਨਾਂ ਨੇ ਕੱਢ ਦਿੱਤੇ, ਉਹ ਜਾ ਕੇ ਬਹਿ ਗਏ ਗੱਡੀ ਦੇ ਵਿੱਚ। ਹਾਂਜੀ, ਗੱਡੀ ਫੇਰ ਨਹੀਂ ਤੁਰਦੀ। ਹਾਂਜੀ, ਕਿਉਂਕਿ ਲੋੜ ਤਾਂ ਮਕੈਨਿਕ ਦੀ ਸੀ ਨਾ ਜੀ। ਸੋ ਇਹ ਜਿਹੜੇ ਪਖੰਡ ਕਰ ਰਿਹਾ ਕਿ ਇਹਦੇ ਕੋਲੋਂ ਕੱਢ ਕੇ ਅਸੀਂ ਮਿਊਨਿਸਪੈਲਿਟੀਜ਼ ਨੂੰ ਦੇ ਦੇਣੀ ਆ, ਸਿਵਿਲੀਅਨ ਪੁਲਿਸ ਫੋਰਸਿਸ ਨੂੰ ਦੇ ਦੇਣੀ ਆ, ਕੁਛ ਨਹੀਂ ਹੋਣਾ ਇਹਨਾਂ ਤੋਂ ਜੀ। ਬਿਲਕੁਲ, ਇਹ ਇੱਕ ਪ੍ਰੋਬਲਮ ਨੂੰ ਇੱਥੋਂ ਚੱਕ ਕੇ ਪਰੇ ਕਰ ਰਿਹਾ ਹੈ। ਹਾਂਜੀ, ਬਿਲਕੁਲ, ਇਹ ਸੋਲੂਸ਼ਨ ਨਹੀਂ। ਡਾਕਟਰ ਸਾਹਿਬ, ਇੱਕ ਰਿਪੋਰਟ ਆਈ ਹੈ ਕਿ ਆਪਣੇ ਜਿਹੜੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਜੀ, ਇਹਨਾਂ ਨੂੰ ਸਾਊਥ ਅਮਰੀਕਾ ਦੀ ਜਿਹੜੀ ਫੋਰਨ ਪਾਲਿਸੀ ਹੈਗੀ ਆ ਉਹਦੇ ਵਿੱਚ ਸੁਧਾਰ ਕਰਨਾ ਚਾਹੀਦਾ, ਉਹਦੇ ਵਿੱਚ ਕੁਝ ਬਦਲਾਅ ਲੈ ਕੇ ਆਉਣੇ ਚਾਹੀਦੇ ਆ, ਕਿਉਂਕਿ ਕਿਊਬਾ ਨੂੰ ਛੱਡ ਕੇ ਜਿੰਨੇ ਵੀ ਕੈਨੇਡੀਅਨ ਪ੍ਰਧਾਨ ਮੰਤਰੀ ਆ, ਹਮੇਸ਼ਾ ਹੀ ਉਹ ਸਾਊਥ ਅਮਰੀਕਾ ਵਿੱਚ ਖੱਬੇ ਪੱਖੀ ਸਰਕਾਰਾਂ ਪ੍ਰਤੀ ਇੱਕ ਅਜੀਬ ਜਿਹੀ ਦੁਸ਼ਮਣੀ ਦਾ ਪ੍ਰਦਰਸ਼ਨ ਕਰਦੇ ਨਜ਼ਰ ਆਉਂਦੇ ਆ। ਇਹ ਪੂਰੀ ਖਬਰ ਹੈ ਕੀ? ਦੇਖੋ, ਸਾਊਥ ਅਮਰੀਕਾ ਦੇ ਵਿੱਚ ਕੋਈ 425 ਮਿਲੀਅਨ ਬੰਦਾ ਰਹਿੰਦਾ, ਇੱਕ ਵੱਡੀ ਪਾਪੂਲੇਸ਼ਨ ਬੇਸ ਹੈ ਜੇ ਕੰਜ਼ਿਊਮਰ ਦੇ ਤੌਰ ਤੇ ਵੀ ਤੁਸੀਂ ਦੇਖਣਾ। ਤੇ ਜੇ ਤੁਸੀਂ ਸਾਊਥ ਅਮਰੀਕਾ ਦੇ ਨਾਲ ਛੋਟੇ ਛੋਟੇ ਕੈਰੀਬੀਅਨ ਦੇ ਆਈਲੈਂਡ ਨੇ, ਉਹਨਾਂ ਦੀ ਟੋਟਲ ਗਿਣਤੀ ਦੇਖੋ 33 ਸਟੇਟਸ ਆ ਉੱਥੇ। ਹੁਣ ਸਟੀਫਨ ਹਾਰਪਰ ਤੋਂ ਲੈ ਕੇ ਅੱਜ ਤਾਈਂ, ਪਹਿਲਾਂ ਸਾਡੇ ਕੈਨੇਡਾ ਦੇ ਵਿੱਚੋਂ ਸਿਕਿਉਰਿਟੀ ਕੌਂਸਲ ਤੇ ਬੈਠੇ ਹੁੰਦੇ ਸੀ। ਸਿਕਿਉਰਿਟੀ ਕੌਂਸਲ ਦੇ ਵਿੱਚ 10 ਸੀਟਾਂ ਜਿਹੜੀਆਂ ਹਰ 2 ਸਾਲਾਂ ਦੇ ਵਿੱਚ ਵੋਟਿੰਗ ਰਾਹੀਂ ਚੁਣੀਆਂ ਜਾਂਦੀਆਂ। ਆਪਣੇ ਆਪਣੇ ਦੇਸ਼ ਨੂੰ ਵੋਟਾਂ ਲੈਣੀਆਂ ਪੈਂਦੀਆਂ ਦੂਸਰੇ ਦੇਸ਼ਾਂ ਨੂੰ, ਪਰ ਕੈਨੇਡਾ ਦੇ ਹੱਕ 'ਚ ਕੋਈ ਨਹੀਂ ਵੋਟਾਂ ਪਾ ਰਿਹਾ। ਇਹ ਪੋਰਚੁਗਲ ਤੋਂ ਹਾਰ ਗਏ ਪਿਛਲੀ ਵਾਰੀ। ਹਾਂਜੀ, ਸਿਕਿਉਰਿਟੀ ਕੌਂਸਲ ਤੇ ਬੈਠਿਆਂ ਨੂੰ ਨਾ ਹੀ ਬੈਠਣਾ ਜੇ ਇਸ ਤਰੀਕੇ ਨਾਲ ਇਹ ਡੀਲ ਕਰਦੇ। ਤੁਸੀਂ 33 ਦੀਆਂ 33 ਵੋਟਾਂ ਗਵਾ ਕੇ ਬੈਠੇ, ਕਿਉਂਕਿ ਇਸ ਕਰਕੇ ਗਵਾ ਕੇ ਬੈਠੇ ਆ। ਤੁਸੀਂ ਹੁਣੇ ਹੀ ਦੇਖਿਆ ਹੋਣਾ, ਮੈਕਸੀਕੋ ਵਾਲੇ ਤਾਂ ਖੜ ਗਏ। ਹਾਂਜੀ, ਉਹਨਾਂ ਨੇ ਤਾਂ ਸਟੈਂਡ ਲੈ ਲਿਆ ਜੀ ਕਿ ਜੇ ਸਾਰਾ ਹੀ ਸਾਊਥ ਅਮਰੀਕਾ ਨਹੀਂ ਸੱਦਣਾ, ਕਿਊਬਾ, ਨਿਕਰਾਗੁਆ ਤੇ ਵੈਨਜ਼ੂਏਲਾ ਇਹਨਾਂ ਨੇ ਕੱਢੇ ਸੀ, ਜੇ ਉਹ ਨਹੀਂ ਸੱਦਣੇ ਅਸੀਂ ਨਹੀਂ ਤੁਹਾਡੇ ਆਉਣਾ। ਹਾਂਜੀ, ਉਹਨਾਂ ਨੇ ਤਾਂ ਸਪਸ਼ਟ ਕਰਤਾ ਸੀ। ਦੇਖੋ, ਮੈਕਸੀਕੋ ਵੀ ਸਾਡੀ ਨੈਫਟਾ ਦਾ ਮੈਂਬਰ ਹੈ, ਉਹ ਵੀ ਉਨੇ ਹੀ ਕਲੋਜ਼ ਹੈ US ਦੇ ਜਿੰਨੇ ਅਸੀਂ ਕਲੋਜ਼ ਹੈ।
ਵੱਡੀ ਪਾਪੂਲੇਸ਼ਨ ਉਹਨਾਂ ਦੀ, ਪਰ ਉਹਨਾਂ ਦੇ ਪ੍ਰੈਜ਼ੀਡੈਂਟ ਨੇ ਸਟੈਂਡ ਲੈ ਲਿਆ ਜੀ। ਸਾਡੇ ਪ੍ਰੈਜ਼ੀਡੈਂਟ ਦੇ ਪ੍ਰਾਈਮ ਮਿਨਿਸਟਰ ਦੇ ਗਟਸ ਨਹੀਂ ਸੀ ਕਿ ਇੱਕ ਸਟੈਂਡ ਲੈ ਲੈਂਦੇ। ਕਿਊਬਾ ਦੀ ਗੱਲ ਕਰ ਲੈਂਦੇ, ਇਹਨਾਂ ਦੇ ਪਿਤਾ ਜੀ ਪੀਅਰ ਐਲੀਅਟ ਟਰੂਡੋ, ਉਹਨਾਂ ਦੇ ਵਧੀਆ ਰਿਲੇਸ਼ਨ ਹੁੰਦੇ ਸੀ ਫਿਡੈਲ ਕਾਸਟਰੋ ਦੇ ਨਾਲ। ਉਸ ਜ਼ਮਾਨੇ ਦੇ ਵਿੱਚ ਜਦੋਂ ਅਮਰੀਕਾ ਵਾਲਿਆਂ ਨੂੰ ਬੜੀ ਦਿੱਕਤ ਆਉਂਦੀ ਸੀ, ਕੈਨੇਡਾ ਤੇ ਪ੍ਰੈਸ਼ਰ ਵੀ ਪਾਉਂਦੇ ਹੁੰਦੇ ਸੀ ਕਿ ਤੁਸੀਂ ਫਿਡੈਲ ਕਾਸਟਰੋ ਦੇ ਨਾਲ ਚੰਗੇ ਰਿਲੇਸ਼ਨ ਨਾ ਬਣਾਓ ਕਿਉਂਕਿ ਸਾਡਾ ਤਾਂ ਉਹ ਦੁਸ਼ਮਣ ਹੈ। ਪਰ ਉਹਨਾਂ ਦੇ ਇੰਨੇ ਵਧੀਆ ਰਿਲੇਸ਼ਨ ਸੀ, ਜਿਸ ਦਿਨ ਉਹਨਾਂ ਦੀ ਮੌਤ ਵੀ ਹੋਈ ਨਾ, ਫਿਡੈਲ ਕਾਸਟਰੋ ਆਇਆ ਇੱਥੇ ਪੈਲ ਬੇਰਰ ਬਣ ਕੇ, ਜਿਹਨੂੰ ਅਸੀਂ ਕਹਿੰਦੇ ਹੁੰਦੇ ਅਰਥੀ ਨੂੰ ਕੰਧਾ ਦੇਣ ਲਈ। ਹਾਂਜੀ, ਅਰਥੀ ਨੂੰ ਕੰਧਾ ਦੇਣ ਲਈ ਇੱਥੇ ਆਇਆ ਉਹ, ਤੇ ਆਪਣੇ ਪਿਤਾ ਜੀ ਦੀਆਂ ਇਹ ਗੱਲਾਂ ਭੁੱਲ ਕੇ ਸਾਰਾ। ਤੇ ਇਹ ਬਿਲਕੁਲ ਸਾਊਥ ਅਮਰੀਕਾ 'ਚ ਹੁਣ ਕੀ ਪ੍ਰੋਬਲਮ ਆ ਰਹੀ ਹੈ, ਉੱਥੇ ਜਿਹੜੇ ਤਾਂ ਬਿਲਕੁਲ ਰਾਈਟ ਵਿੰਗ ਫਾਸ਼ਿਸਟ ਟਾਈਪ ਆਫ ਸਰਕਾਰਾਂ ਹੈ, ਉਹਨਾਂ ਦੀ ਤਾਂ ਅਮਰੀਕਾ ਵਾਲੇ ਹਮਾਇਤ ਕਰਦੇ ਆ, ਕਿਉਂਕਿ ਇਹਨਾਂ ਦੀਆਂ ਕੰਪਨੀਆਂ ਨੇ ਜੋ ਕੁਝ ਵੀ ਕਰਨਾ ਹੁੰਦਾ ਉੱਥੇ, ਚਾਹੇ ਉਹ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨੀ ਹੁੰਦੀ ਹੈ ਜਾਂ ਉਹ এনवायरमेंट ਦੀ ਡੈਗਰੇਡੇਸ਼ਨ ਕਰਨੀ ਹੁੰਦੀ ਹੈ। ਇਹਨਾਂ ਦੇ ਬਾਰੇ ਉਹੀ ਜਿਹੜੀਆਂ ਪਨੋਸ਼ੇ ਵਰਗੀਆਂ ਸਰਕਾਰਾਂ ਨਾ ਰਾਈਟ ਵਿੰਗ ਪੂਰੀਆਂ, ਉਹ ਹੀ ਕਰਵਾ ਸਕਦੀਆਂ। ਜਿਹੜੀਆਂ ਨੈਸ਼ਨਲਿਸਟ ਸਰਕਾਰਾਂ ਆ ਆਪਣੇ ਦੇਸ਼ ਦੇ ਕੌਮੀ ਹਿੱਤਾਂ ਨੂੰ ਦੇਖਦੀਆਂ, ਜਿਹੜੀਆਂ ਕਿ ਹੁਣ ਬਾਰ-ਬਾਰ ਕਈਆਂ ਦੇਸ਼ਾਂ ਦੇ ਵਿੱਚ ਹੀ ਆ ਰਹੀਆਂ, ਵੈਨਜ਼ੂਏਲਾ ਦੇ ਵਿੱਚ ਆ ਰਹੀ ਹੈ, ਕੋਲੰਬੀਆ ਦੇ ਵਿੱਚ ਆ, ਉਹਨਾਂ ਨੇ ਸਾਰਿਆਂ ਨੇ ਆਪਣੇ ਆਪਣੇ ਦੇਸ਼ ਬਾਰੇ ਪਹਿਲਾਂ ਸੋਚਿਆ। ਤੇ ਖਾਸ ਤੌਰ ਤੇ ਸਾਡੇ ਪ੍ਰਾਈਮ ਮਿਨਿਸਟਰ ਨੂੰ ਤੁਸੀਂ ਦੇਖਿਓ, ਇੰਡੀਜਨਸ ਲੋਕਾਂ ਬਾਰੇ, ਨੇਟਿਵ ਲੋਕਾਂ ਬਾਰੇ ਇੱਥੇ ਵੀ ਇਹਨਾਂ ਨੇ ਇਹ ਕਿਹਾ ਸੀ ਕਿ UN ਦੇ ਅਸੀਂ ਡੈਕਲੇਰੇਸ਼ਨ ਦੀ ਸਪੋਰਟ ਕਰਦੇ ਹਾਂ। ਹਾਂਜੀ, ਬਲੀਵੀਆ ਦੇ ਵਿੱਚ ਪਹਿਲੀ ਵਾਰ ਸਾਊਥ ਅਮਰੀਕਾ ਦੇ ਵਿੱਚ ਇੱਕ ਇੰਡੀਜਨਸ ਨੇਟਿਵ ਇੰਡੀਅਨ ਉਹਨਾਂ ਦਾ ਪ੍ਰੈਜ਼ੀਡੈਂਟ ਬਣਿਆ। ਉਹਦੇ ਖਿਲਾਫ ਰਾਜ ਪਲਟਾ ਕੀਤਾ, ਕੈਨੇਡਾ ਵਾਲਿਆਂ ਨੇ ਸਪੋਰਟ ਕੀਤੀ ਉਹਦੀ। ਉਸ ਤੋਂ ਪਹਿਲਾਂ ਵੈਨਜ਼ੂਏਲਾ ਦੇ ਪ੍ਰੈਜ਼ੀਡੈਂਟ ਦੇ ਖਿਲਾਫ ਰਾਜ ਪਲਟਾ ਕਰਨ ਲੱਗੇ ਸੀ, ਉਹਦੀ ਸਪੋਰਟ ਕਰ ਰਹੇ। ਜੇ ਘਰ ਦੇ ਮਤਲਬ ਹਾਥੀ ਦੇ ਦੰਦ ਦਿਖਾਉਣ ਲਈ ਹੋਰ ਤਾਂ ਖਾਣ ਲਈ ਹੋ ਰਿਹਾ, ਇਹਨਾਂ ਨੇ ਉਹ ਅਮਰੀਕਾ ਦੀ ਬਿਲਕੁਲ ਪੂਛ ਫੜੀ ਹੋਈ ਹੈ। ਇਸ ਕਰਕੇ ਜੇ ਤੁਸੀਂ ਜਾ ਕੇ ਉੱਥੇ ਸਾਊਥ ਅਮਰੀਕਾ ਦੇ ਵਿੱਚ ਕਿਸੇ ਨੂੰ ਪੁੱਛਦੇ ਆ ਇੰਟੈਲੈਕਚੁਅਲਸ ਨੂੰ, ਤਾਂ ਉਹ ਇਦਾਂ ਹੀ ਦੇਖਦੇ ਕਿ US ਜੋ ਕਰਾਉਂਦਾ ਇੱਥੇ ਉਹਦੇ ਨਾਲ ਹੀ ਕੈਨੇਡਾ ਵਾਲੇ ਖੜੇ। ਹਾਂਜੀ, ਤਾਂ ਉਹਨਾਂ ਵੱਲੋਂ ਭੁੱਲ ਜਾਓ ਕਿ ਉਹ ਕਦੇ ਤੁਹਾਡੇ ਹੱਕ ਦੇ ਵਿੱਚ ਵੋਟ ਪਾ ਦੇਣਗੇ ਜੀ, ਕਿਉਂਕਿ ਉਹਨਾਂ ਨੇ ਹੁਣ ਵੀ ਦੇਖ ਲਿਆ ਕਿ ਜੇ ਮੈਕਸੀਕੋ ਵਾਲੇ ਸਟੈਂਡ ਲੈ ਗਏ ਸੀ, ਪਰ ਕੈਨੇਡਾ ਤੋਂ ਸਟੈਂਡ ਨਹੀਂ ਲੈ ਹੋਇਆ। ਹਾਂਜੀ, ਅੱਛਾ, ਇਹਦੀ ਕ੍ਰਿਟਿਸਿਜ਼ਮ ਵੀ ਹੋ ਰਹੀ ਹੈ ਸਾਡੇ ਮੀਡੀਆ ਦੇ ਵਿੱਚ। ਹਾਂਜੀ, ਮਤਲਬ ਕੈਨੇਡਾ ਦੇ ਵਿੱਚ ਕੁਝ ਸਟੈਂਡ ਲਿਆ ਲੋਕਾਂ ਨੇ। ਖਾਸ ਤੌਰ ਤੇ ਇੱਕ ਹਿਲ ਟਾਈਮਸ ਪੇਪਰ ਛਪਦਾ ਹੈ ਉੱਥੇ ਪਾਰਲੀਮੈਂਟ ਤੇ, ਕਮ ਸੇ ਕਮ ਉਹਨੂੰ MPs ਪੜ੍ਹਦੇ ਆ, ਸੀਨੀਅਰ ਬਿਊਰੋਕਰੇਟਸ ਪੜ੍ਹਦੇ ਆ, ਪ੍ਰਾਈਮ ਮਿਨਿਸਟਰ ਪੜ੍ਹਦਾ, ਐਕਚੁਅਲੀ ਸਾਰੇ ਮਿਨਿਸਟਰ ਪੜ੍ਹਦੇ। ਇਹ ਕਾਫੀ ਪਾਵਰਫੁਲ ਪੇਪਰ ਹੈ ਉੱਥੇ ਹਿਲ ਟਾਈਮਸ। ਉਹਦੇ ਵਿੱਚ ਜਿਹੜੀ ਡੈਵਸਟੇਟਿੰਗ ਕ੍ਰਿਟੀਕ ਕਹਿੰਦੇ ਹੁੰਦੇ ਨਾ ਕੀਤੀ ਹੈ। ਇੱਕ ਸਾਡੇ ਅਫਸਰ ਨੇ ਕੀਤੀ, ਪੰਜਾਬੀ ਨੇ, ਭਗਵੰਤ ਸਿੰਘ ਸੰਧੂ। ਹਾਂਜੀ, ਮੈਂ ਭਗਵੰਤ ਮਾਨ ਕਹਿਣ ਲੱਗਾ। ਹਾਂਜੀ, ਉਹਨੇ ਬੜੀ ਛਿੱਲ ਲਾਈ ਪ੍ਰਾਈਮ ਮਿਨਿਸਟਰ ਦੀ, ਸਾਡੀ ਫੋਰਨ ਪਾਲਿਸੀ ਦੀ, ਕਿ ਦੇਖੋ ਅਸੀਂ ਕੀ ਕਰ ਰਹੇ ਹਾਂ। ਜਿਸ ਕੌਂਟੀਨੈਂਟ ਤੇ ਮਹਾਦੀਪ ਦੇ ਵਿੱਚ ਇੰਨੀ ਮਾਈਨਿੰਗ ਹੁੰਦੀ ਹੈ, ਸਾਰਿਆਂ ਨਾਲੋਂ ਜ਼ਿਆਦਾ ਮਾਈਨਿੰਗ ਸਾਰੇ ਮਹਾਦੀਪਾਂ ਤੋਂ ਉੱਥੇ ਹੁੰਦੀ ਹੈ, ਤਾਂ ਜਿੰਨੀਆਂ ਵੀ ਦੁਨੀਆ ਭਰ ਦੀਆਂ ਕੰਪਨੀਆਂ, ਮਾਈਨਿੰਗ ਕੰਪਨੀਆਂ, ਉਹਨਾਂ ਚੋਂ 60% ਕੈਨੇਡਾ 'ਚ ਰਜਿਸਟਰ ਹੋਈਆਂ ਹੈ। ਤੁਸੀਂ ਜਾ ਕੇ ਦੇਖੋ ਕੈਨੇਡਾ ਦੇ ਵਿੱਚ ਇਹਨਾਂ ਦੀ ਕੰਪਨੀਆਂ ਦੀ ਪ੍ਰੈਜ਼ੈਂਸ ਉੱਥੇ ਕਿੰਨੀ ਹੈ। ਇਹ ਕੰਪਨੀਆਂ ਬਹੁਤ ਵਾਰ ਤੇ ਇੰਡੀਜਨਸ ਲੋਕਾਂ ਦੇ ਜਿਹੜੇ ਉਹਨਾਂ ਦੇ ਬਰੀਅਲ ਸਾਈਟਸ ਹੁੰਦੀਆਂ ਆ, ਜਾਂ ਉਹਨਾਂ ਦੀਆਂ ਪਵਿੱਤਰ ਜਗ੍ਹਾ ਹੁੰਦੀਆਂ, ਜਾਂ ਉਹਨਾਂ ਦੇ ਰਾਖਵੇਂ ਰੱਖਿਆ ਹੈ ਕੁਛ, ਉੱਥੇ ਜੇ ਕੋਈ ਮਾਈਨਿੰਗ ਆ ਜਾਂਦੀ ਹੈ, ਤੇ ਇਹ ਰਾਈਟ ਵਿੰਗ ਸਰਕਾਰਾਂ, ਖਾਸ ਤੌਰ ਤੇ ਮਿਲਟਰੀ ਦੀਆਂ ਸਰਕਾਰਾਂ, ਇਹਨਾਂ ਦੇ ਨਾਲ ਰਲ ਕੇ ਉਹਨਾਂ ਦੇ ਖਿਲਾਫ ਜਾਂਦੀਆਂ, ਉਹਨਾਂ ਦੇ ਮਨੁੱਖੀ ਅਧਿਕਾਰਾਂ ਦਾ ਉਹ ਘਾਣ ਕਰਦੇ ਹਨ। ਇਹਨਾਂ ਨੇ ਪੁੱਛਿਆ ਕਿ ਤੁਸੀਂ ਗੱਲਾਂ ਕਰਦੇ ਆ ਕਿ ਸਾਨੂੰ ਸਿਰਫ ਜੋ ਵੀ ਅਮਰੀਕਾ ਵਾਲੇ ਕਹੀ ਜਾਂਦੇ ਆ ਤੁਸੀਂ ਕੋਟੇਲ ਕਰ ਰਹੇ ਆ, ਆਪਣੀ ਇੰਡੀਪੈਂਡੈਂਟ ਪਾਲਿਸੀ ਕਦੋਂ ਬਣਾਉਣੀ ਹੈ? ਪੰਜਾਬੀ ਬੰਦੇ ਨੇ ਕ੍ਰਿਟਿਕ ਕੀਤੀ ਹੈ। ਹਾਂਜੀ, ਮਤਲਬ ਦਾਵਾਂ ਵਾਲੇ ਬੰਦੇ ਵੀ ਹੈਗੇ ਆ ਜੀ। ਉਹ ਸੀਨੀਅਰ ਆਫਿਸਰ ਹੈ ਐਕਚੁਅਲੀ, ਉਹ ਹੁਣੇ ਰਿਟਾਇਰ ਹੋਇਆ,
ਤੇ ਉਹਨਾਂ ਨੇ ਗੱਲ ਇਹ ਪੁੱਛੀ ਕਿ ਦੱਸੋ ਕਿ ਜਿੱਥੇ ਸਾਡੀਆਂ ਮਾਈਨਿੰਗ ਕੰਪਨੀਆਂ ਤਕਰੀਬਨ ਜੇ ਚਿੱਲੀ ਦੇ ਵਿੱਚ 40 ਕੰਪਨੀਆਂ ਸਾਡੀਆਂ, ਕੋਈ 100 ਮਾਈਨਸ ਉਹਨਾਂ ਦੇ ਕੋਲ ਹੈ, ਬਹੁਤ ਵੱਡੇ ਆਪਰੇਸ਼ਨਸ ਹੈ ਕੈਨੇਡਾ ਦੇ ਉੱਤੇ। ਤੇ ਇਹ ਜਿਹੜੇ ਨੇਟਿਵ ਲੋਕੀ ਉੱਥੇ ਦੇ, ਉਹਨਾਂ ਦੇ ਖਿਲਾਫ, ਹਿਊਮਨ ਰਾਈਟਸ ਦੇ ਖਿਲਾਫ ਕੰਮ ਕਰਨ ਵਾਲੀਆਂ ਸਰਕਾਰਾਂ ਦੇ ਨਾਲ ਸਾਡੀ ਭਾਈਵਾਲੀ ਹੈ। ਜੇ ਹੁਣ ਉੱਥੇ ਤਕਰੀਬਨ ਸਾਊਥ ਅਮਰੀਕਾ ਦੇ ਵਿੱਚ ਇੱਕ ਵੇਵ ਹੀ ਚੱਲੀ ਹੈ, ਉੱਥੇ ਉਹ ਸਰਕਾਰਾਂ ਆ ਰਹੀਆਂ ਪਾਵਰ ਦੇ ਵਿੱਚ ਜਿਹੜੀਆਂ ਆਪਣੇ ਲੋਕਾਂ ਬਾਰੇ ਕੁਝ ਸੋਚਦੀਆਂ, ਜਿਹੜੀਆਂ ਹਿਊਮਨ ਰਾਈਟਸ ਬਾਰੇ ਕੁਝ ਸੋਚਦੀਆਂ, ਜਿਹੜੀਆਂ ਆਪਣੀ এনवायरमेंट ਬਾਰੇ ਕੁਝ ਸੋਚਦੀਆਂ। ਅਸੀਂ ਉਹਨਾਂ ਦੇ ਖਿਲਾਫ ਹਾਂ। ਇਹ ਜਸਟਿਨ ਟਰੂਡੋ ਜਿਹੜਾ ਲੋਕਾਂ ਨੂੰ ਯੂਰਪ ਦੇ ਵਿੱਚ ਆ ਕੇ ਭਾਸ਼ਣ ਦਿੰਦਾ ਫਿਰਦਾ, ਨਿਊਯਾਰਕ ਦੇ ਵਿੱਚ ਭਾਸ਼ਣ ਦਿੰਦਾ, ਉਹ ਸਾਊਥ ਅਮਰੀਕਾ 'ਚ ਕੀ ਕਰ ਰਿਹਾ ਜੀ। ਡਾਕਟਰ ਸਾਹਿਬ ਰੁਕ ਕਰਦੇ ਹਾਂ ਹੁਣ ਅਗਲੀ ਖਬਰ ਵੱਲ। ਵੈਸੇ ਡਾਕਟਰ ਸਾਹਿਬ ਆਪਾਂ ਆਮ ਤੌਰ ਤੇ ਪਹਿਲਾਂ ਵੀ ਗੱਲ ਕੀਤੀ, ਪਹਿਲਾਂ ਹੀ ਹਾਸਾ ਆ ਗਿਆ। ਐਕਚੁਅਲੀ ਕੀ ਗੱਲ ਆ, ਗੱਲ ਥੋੜੀ ਜੀ ਫਨੀ ਵੀ ਹੈਗੀ ਆ, ਸੋਸ਼ਲ ਮੀਡੀਆ ਦੇ ਉੱਪਰ ਕਾਫੀ ਜ਼ਿਆਦਾ ਵਾਇਰਲ ਵੀ ਹੈਗੀ ਆ। ਹੁਣ ਜਦੋਂ ਆਪਾਂ ਕਲਿੱਪ ਨੂੰ ਦੇਖਦੇ ਆ ਤਾਂ ਕੁਦਰਤੀ ਤੌਰ ਤੇ ਹਨਾ ਹਾਸਾ ਥੋੜਾ ਆ ਜਾਂਦਾ। ਪਰ ਦੇਖੋ, ਜਦੋਂ ਜੋ ਬਾਈਡਨ ਸਾਹਿਬ ਕੋਈ ਵੀ ਸਪੀਚ ਸਕ੍ਰਿਪਟ ਤੋਂ ਦੇਖ ਕੇ ਪੜ੍ਹਦੇ ਆ ਤਾਂ ਉਦੋਂ ਤਾਂ ਚਲੋ ਠੀਕ ਹੈ, ਸਾਰੇ ਸੋਚਦੇ ਆ ਕਿ ਉਹ ਮਿਸਟੇਕ ਨਹੀਂ ਕਰਦੇ, ਸਹੀ ਰਹਿੰਦੇ ਨੇ। ਪਰ ਇਸ ਵਾਰੀ ਕੀ ਹੋਇਆ, ਉਹਨਾਂ ਨੇ ਸਾਰਿਆਂ ਨੂੰ ਹੈਰਾਨ ਕਰਤਾ, ਗਲਤ ਸਾਬਿਤ ਕਰਤਾ। ਉਹਨਾਂ ਨੇ ਸਕ੍ਰਿਪਟ ਤੋਂ ਦੇਖ ਕੇ ਸਪੀਚ ਪੜ੍ਹੀ ਤੇ ਜਿਹੜੀਆਂ ਚੀਜ਼ਾਂ ਉਹਦੇ 'ਚ ਜਿੱਦਾਂ ਟੈਲੀਪ੍ਰੋਮਪਟਰ ਤੇ ਸੀ, ਜੋ ਉਹਨਾਂ ਦੀ ਵੈਸੇ ਨੌਲੇਜ ਲਈ ਸੀ ਵੀ ਕਿਸੇ ਕੋਟ ਨੂੰ ਰਿਪੀਟ ਕਰਨਾ, ਉਹਨਾਂ ਨੇ ਉਹ ਵੀ ਪੜ੍ਹ ਦਿੱਤਾ ਉਸੇ ਤਰੀਕੇ ਦੇ ਨਾਲ, ਲਾਈਕ ਜਿਵੇਂ ਕੋਈ ਬੰਦਾ ਸਿੱਧਾ ਲਿਖਿਆ ਪੜ੍ਹਦਾ ਹੁੰਦਾ। ਉਸ ਤੋਂ ਬਾਅਦ ਇਹ ਕਲਿੱਪ ਟਵਿੱਟਰ ਦੇ ਉੱਪਰ ਕਾਫੀ ਜ਼ਿਆਦਾ ਵਾਇਰਲ ਹੋ ਗਈ, ਕਿਉਂਕਿ ਉੱਥੇ ਲਿਖਿਆ ਹੋਇਆ ਸੀਗਾ ਕਿ ਇਸ ਕੋਟ ਨੂੰ ਦੁਹਰਾਓ। ਤਾਂ ਬਾਈਡਨ ਸਾਹਿਬ ਨੇ ਵੀ ਆਪਣੇ ਲੈਕਚਰ ਦੇ ਵਿੱਚ, ਸਪੀਚ ਦੇ ਵਿੱਚ ਕਹਿ ਦਿੱਤਾ, ਇਸ ਕੋਟ ਨੂੰ ਦੁਹਰਾਓ। ਹੁਣ ਤੁਸੀਂ ਕੀ ਕਹਿਣਾ ਚਾਹੋਗੇ ਇਹਦੇ ਬਾਰੇ 'ਚ? ਦੇਖੋ, ਬਾਈਡਨ ਸਾਹਿਬ ਬਾਰੇ ਅਕਸਰ ਕੰਪਲੇਂਟ ਕਰਦੇ ਉਹਨਾਂ ਦੇ ਵਾਈਟ ਹਾਊਸ ਵਾਲੇ ਤੇ PR ਦੇ ਜਿੰਨੇ ਵੀ ਕਰਮਚਾਰੀ ਹੈ ਕਿ ਜਿੰਨਾ ਚਿਰ ਤਾਂ ਇਹ ਪੜ੍ਹਦੇ ਰਹਿੰਦੇ ਆ ਟੈਲੀਪ੍ਰੋਮਪਟਰ ਤੋਂ, ਉਹਨਾਂ ਚਿਰ ਤਾਂ ਠੀਕ ਹੁੰਦੀ ਸਪੀਚ, ਕਿਉਂਕਿ ਅਸੀਂ ਲਿਖ ਕੇ ਦਿੰਦੇ। ਜਦੋਂ ਕੋਈ ਅੱਖਰ ਆਪਣੇ ਆਪ ਬੋਲ ਜਾਂਦੇ ਉਦੋਂ ਹੀ ਪ੍ਰੋਬਲਮ ਪੈ ਜਾਂਦੀ। ਤੇ ਹੁਣ ਪ੍ਰੋਬਲਮ ਪੈ ਗਈ ਹੈ, ਇਹਨਾਂ ਨੇ ਲਿਟਰਲੀ ਉਹ ਪੜ੍ਹ ਲਿਆ ਵਰਡ ਟੂ ਵਰਡ। ਹੁਣ ਉਹਨਾਂ ਨੇ ਇੱਕ ਕੋਟ ਦਿੱਤੀ ਸੀ, ਬਹੁਤ ਸੋਹਣੀ ਕੋਟ ਹੈ, ਵੀ ਪੜ੍ਹੀ ਉਹਨਾਂ ਨੇ ਤਾਂ ਮੁੜ ਕੇ ਟੈਲੀਪ੍ਰੋਮਪਟਰ ਤੇ ਲਿਖਿਆ ਸੀ ਰਿਪੀਟ ਦੀ ਲਾਈਨ ਜੀ। ਤੇ ਜੋ ਬਾਈਡਨ ਸਾਹਿਬ ਉਹ ਵੀ ਪੜ੍ਹ ਗਏ ਰਿਪੀਟ ਦੀ ਲਾਈਨ। ਹਾਂਜੀ, ਜਿੱਦਾਂ ਆਪਣੇ ਕਹਿੰਦੇ ਹੁੰਦੇ ਕਿ ਕੋਈ ਬੱਚਾ ਨਕਲ ਮਾਰਦਾ ਸੀ, ਉਹਨੂੰ ਕਿਤੇ ਕਿਤਾਬ ਹੀ ਫੜਾਤੀ ਕਿਸੇ ਨੇ, ਕਿਤਾਬ ਦੇਖਦਾ ਉਹ ਪੜ੍ਹੀ ਗਿਆ, ਲਿਖੀ ਗਿਆ, ਤਾਂ ਉੱਥੇ ਲਿਖਿਆ ਕਿ ਦੇਖੋ ਬਾਕੀ ਦੇਖੋ ਸਫਾ 36 ਤੇ। ਹਾਂਜੀ, ਤਾਂ ਉਹਨੇ ਲਿਖ ਦਿੱਤਾ ਬਾਕੀ ਦੇਖੋ ਸਫਾ 36। ਨਕਲ ਵੀ ਡਾਕਟਰ ਸਾਹਿਬ ਅਕਲ ਨਾਲ ਹੀ ਮਾਰ ਹੁੰਦੀ ਆ। ਤੇ ਇੱਥੇ ਇਹਨਾਂ ਨੇ ਸਾਬਤ ਕਰ ਦਿੱਤਾ ਜੋ ਬਾਈਡਨ ਸਾਹਿਬ ਨੇ ਕਿ ਵਾਕਿਆ ਹੀ ਉਹ ਜਿਹੜੇ ਓਪੋਨੈਂਟ ਇਹਨਾਂ ਨੂੰ ਕਹਿ ਰਹੇ ਕਿ ਡਿਮੈਂਸ਼ੀਆ ਹੋ ਗਿਆ, ਇਹਨਾਂ ਨੂੰ ਵਾਕਿਆ ਡਿਮੈਂਸ਼ੀਆ ਹੋਇਆ। ਹਾਂਜੀ, ਇਹਨਾਂ ਨੇ ਤਾਂ ਕ੍ਰਿਟਿਕਸ ਦੀ ਗੱਲ ਵੈਸੇ ਸੱਚੀ ਕਰਕੇ ਦਿਖਾਤੀ ਤੇ ਉਹਨਾਂ ਨੂੰ ਹੋਰ ਜ਼ਿਆਦਾ ਮੌਕਾ ਦੇ ਦਿੱਤਾ। ਵੈਸੇ ਡਾਕਟਰ ਸਾਹਿਬ ਇਹ ਪਹਿਲੀ ਵਾਰੀ ਨਹੀਂ ਹੋਇਆ ਹੈਗਾ ਵੀ ਇਹਨਾਂ ਨੇ ਇਹੋ ਜਿਹੀ ਕੋਈ ਮਿਸਟੇਕ ਕੀਤੀ ਆ। ਇਹਨਾਂ ਨੇ ਇੱਕ ਵਾਰੀ ਕਮਲਾ ਹੈਰਿਸ ਗਲਤੀ ਨਾਲ ਫਸਟ ਲੇਡੀ ਕਹਿਤਾ ਸੀ, ਉਸ ਤੋਂ ਪਹਿਲਾਂ ਵੀ ਇਹਨਾਂ ਨੇ ਇੱਕ ਹੋਰ ਵੀ ਕੀਤੀ ਸੀਗੀ ਮਿਸਟੇਕ, ਉਹਨਾਂ ਨੇ ਹੈਰਿਸ ਦੇ ਪਤੀ ਨੂੰ ਫਸਟ ਜੈਂਟਲਮੈਨ ਵੀ ਕਹਿਤਾ ਸੀ ਪਹਿਲਾਂ ਕਿਸੇ ਸਪੀਚ ਦੇ ਦੌਰਾਨ। ਇਸੇ ਤਰੀਕੇ ਦੇ ਨਾਲ ਇਹਨਾਂ ਨੇ ਸੰਯੁਕਤ ਰਾਸ਼ਟਰ ਦੀ ਰਾਜਦੂਤ ਸੀਗੀ ਲਿੰਡਾ ਥਾਮਸ ਗ੍ਰੀਨਫੀਲਡ, ਉਹਨਾਂ ਨੂੰ ਲਿੰਡਾ ਥਾਮਸ ਗ੍ਰੀਨ ਹਾਊਸ ਕਹਿਤਾ ਸੀ। ਮਤਲਬ ਕਿ ਬਹੁਤ ਸਾਰੀਆਂ ਐਗਜ਼ਾਮਪਲਸ ਨੇ। ਕ੍ਰਿਟਿਕਸ ਨੇ ਹੁਣ ਜਦੋਂ ਇਹ ਕਲਿੱਪ ਜਿਹੜੀ ਹੈਗੀ ਜਦੋਂ ਵਾਇਰਲ ਹੋਈ, ਇਹਦੇ ਤੇ ਜਦੋਂ ਸਾਰੇ ਲੋਕਾਂ ਨੇ ਲਿਖਣਾ ਸ਼ੁਰੂ ਕੀਤਾ, ਉਹਨਾਂ ਨੇ ਕੋਟਸ ਵੀ ਕੀਤੇ ਜਿਹੜੀਆਂ ਪੁਰਾਣੀਆਂ ਇਹਨਾਂ ਦੀਆਂ ਹੈਡ ਸਕ੍ਰੈਚਿੰਗ ਸਟੇਟਮੈਂਟਸ ਹੈਗੀਆਂ ਨੇ, ਫਿਰ ਉਹ ਸਾਰੀਆਂ ਜਿਹੜੀਆਂ ਹੈਗੀਆਂ ਉਹ ਵੀ ਉਹਦੇ ਤੇ ਆਈਆਂ ਨੇ, ਸਾਹਮਣੇ ਆਈਆਂ ਨੇ। ਪਹਿਲਾਂ ਇੱਕ ਜਦੋਂ ਜਾਰਜ ਬੁਸ਼ ਸੀਨੀਅਰ ਬਣੇ ਨਾ ਪ੍ਰੈਜ਼ੀਡੈਂਟ, ਜਾਰਜ ਬੁਸ਼ ਜੂਨੀਅਰ ਦੇ ਫਾਦਰ ਜਿਹੜੇ ਪਹਿਲਾਂ 88 ਦੇ ਵਿੱਚ, ਹਾਂਜੀ, ਉਹਨਾਂ ਦੇ ਨਾਲ ਵਾਈਸ ਪ੍ਰੈਜ਼ੀਡੈਂਟ ਹੁੰਦੇ ਸੀ ਡੈਨ ਕੁਏਲ। ਉਹਨਾਂ ਦੀਆਂ ਇੰਨੀਆਂ ਕੋਟਸ ਨੇ, ਉਹਨਾਂ ਦੇ ਤਾਂ ਐਕਚੁਅਲੀ ਕਿਤਾਬ ਲਿਖੀ ਆ ਹੁਣ, ਜਿਹੜੀਆਂ ਉਹਨਾਂ ਨੇ ਮੈਸ ਕੋਟਸ ਕੀਤੀਆਂ
ਇੱਕ ਵਾਰ ਉਹ ਲੈਟਨ ਅਮਰੀਕਾ ਗਏ। ਲੈਟਨ ਅਮਰੀਕਾ ਦੇ ਵਿੱਚ ਜਾਂ ਪੋਰਚੁਗੀਜ਼ ਬੋਲਦੇ ਆ ਬ੍ਰਾਜ਼ੀਲ ਵਾਲੇ, ਤੇ ਦੂਸਰੇ ਸਪੈਨਿਸ਼ ਬੋਲਦੇ। ਤੇ ਉਹ ਕਹਿੰਦਾ ਉਹਨਾਂ ਨੂੰ ਜਾ ਕੇ ਕਿ ਮੈਨੂੰ ਹੁਣ ਮਹਿਸੂਸ ਹੁੰਦਾ ਕਿ ਮੈਨੂੰ ਲੈਟਨ ਵੀ ਪੜ੍ਹਨੀ ਚਾਹੀਦੀ ਸੀ। ਹਾਂਜੀ, ਕਿਉਂਕਿ ਲੈਟਨ ਅਮਰੀਕਾ ਹੈ ਨਾ। ਹਾਂਜੀ ਡਾਕਟਰ ਸਾਹਿਬ, ਇੱਕ ਵਾਰੀ ਨਾ ਬਾਈਡਨ ਸਾਹਿਬ ਏਦਾਂ ਹੀ ਕਿਤੇ ਸਪੀਚ ਦੇ ਰਹੇ ਸੀ, ਉੱਥੇ ਸਾਰੇ ਰਿਪੋਰਟਰਸ ਸੀ, ਉਹਨਾਂ ਨੇ ਖਤਮ ਕਰਤੀ, ਮਾਈਕ ਔਨ ਹੀ ਛੱਡਤਾ ਆਪਣਾ, ਹੈ ਨਾ। ਤੇ ਭੁਲੇਖੇ ਦੇ ਵਿੱਚ ਜਦੋਂ ਉਹਨਾਂ ਨੇ ਪੁੱਛਿਆ ਇਨਫਲੇਸ਼ਨ ਦੇ ਬਾਰੇ, ਕਹਿੰਦੇ ਬਹੁਤ ਵਧੀਆ ਪ੍ਰਾਪਰਟੀ ਆ। ਇਸ ਚੀਜ਼ ਦੇ ਉੱਪਰ ਵੀ ਕਾਫੀ ਜ਼ਿਆਦਾ ਲੋਕਾਂ ਨੇ ਟਵਿੱਟਰ ਦੇ ਉੱਪਰ ਇਸ ਚੀਜ਼ ਨੂੰ ਲੈ ਕੇ ਵੀ ਮਜ਼ਾਕ ਉਡਾਇਆ। ਤੇ ਜਿਵੇਂ ਤੁਸੀਂ ਦੱਸਿਆ ਕਿ ਪਹਿਲਾਂ ਹੀ ਸਾਰੇ ਇਹਨਾਂ ਦੇ ਵਿਰੋਧੀ ਤਾਂ ਕਹਿੰਦੇ ਆ ਵੀ ਇਹਨਾਂ ਨੂੰ ਡਿਮੈਂਸ਼ੀਆ ਹੈਗਾ, ਤੇ ਹੁਣ ਤਾਂ ਇਹਨਾਂ ਨੇ ਆਪਣੇ ਕ੍ਰਿਟਿਕਸ ਦੇ ਲਈ ਇੱਕ ਹੋਰ ਕਹਿ ਲਓ ਕਿ ਬੋਲਣ ਦਾ ਉਹਨਾਂ ਨੂੰ ਮੌਕਾ ਦੇ ਦਿੱਤਾ। ਡਾਕਟਰ ਸਾਹਿਬ, ਇੱਕ ਨਵੀਂ ਰਿਪੋਰਟ ਆਈ ਆ, ਡੈਮੋਕ੍ਰੈਟ ਜਿਹੜੇ ਹੈਗੇ ਆ ਉਹ ਪ੍ਰੈਜ਼ੀਡੈਂਟ ਬਾਈਡਨ ਨੂੰ ਹੁਣ ਲਾਇਬਿਲਿਟੀ ਦੀ ਤਰ੍ਹਾਂ ਦੇਖਦੇ ਆ। ਦੇਖੋ ਹੁਣ ਪਹਿਲਾਂ ਆਪਾਂ ਗੱਲ ਕੀਤੀ ਆ ਜਿਹੜੇ ਉਹਨਾਂ ਦੇ ਐਗਜ਼ਾਮਪਲਸ ਹੈਗੇ ਆ, ਹੈ ਨਾ, ਵੀ ਕਿਸ ਤਰੀਕੇ ਦੇ ਨਾਲ ਉਹ ਹੈਡ ਸਕ੍ਰੈਚਿੰਗ ਸਟੇਟਮੈਂਟਸ ਦੇ ਦਿੰਦੇ ਨੇ, ਈਵਨ ਹੁਣ ਪੜ੍ਹ ਕੇ ਵੀ ਮਿਸਟੇਕ ਕੀਤੀ ਆ। ਹੁਣ ਉਹਨਾਂ ਦੀ ਖੁਦ ਦੇ ਜਿਹੜੇ ਹੈਗੇ ਆ ਪਾਰਟੀ ਦੇ ਲੋਕ, ਉਹ ਕਹਿੰਦੇ ਆ ਕਿ ਉਹ ਇੱਕ ਲਾਇਬਿਲਿਟੀ ਨੇ, ਤੇ ਉਹ ਚਾਹੁੰਦੇ ਨਹੀਂ ਹੈਗੇ ਵੀ ਇਹ ਗਾਹਾਂ 2024 ਦੇ ਵਿੱਚ ਇਲੈਕਸ਼ਨ ਲੜਨ। ਕੀ ਕਹਿਣਾ ਚਾਹੋਗੇ? ਅੱਜ ਸਵੇਰੇ ਇੱਕ ਪੋਲ ਆਇਆ, ਉਹ ਕੱਲੇ ਡੈਮੋਕ੍ਰੈਟਿਕ ਵੋਟਰ ਦਾ ਕੀਤਾ ਉਹਨਾਂ ਨੇ ਕਿ 60% ਡੈਮੋਕ੍ਰੈਟਿਕ ਵੋਟਰਸ ਇਹ ਕਹਿ ਰਹੇ ਆ ਕਿ ਬਾਈਡਨ ਸਾਹਿਬ 2024 ਦੇ ਵਿੱਚ ਸਾਡੇ ਕੈਂਡੀਡੇਟ ਨਹੀਂ ਹੋਣੇ ਚਾਹੀਦੇ। ਹਾਂਜੀ। ਸੋ ਇਹ ਵੱਡੀ ਖਤਰੇ ਵਾਲੀ ਗੱਲ ਹੈ ਉਹਨਾਂ ਨੂੰ ਕਿ ਅਗਲੀ ਵਾਰ ਨੂੰ ਉਹਨਾਂ ਦੇ ਸਪੋਰਟਰਸ ਕਹਿ ਰਹੇ ਆ। ਹਾਂਜੀ। ਹੁਣ ਦੇਖੋ ਜੋ ਕੁਝ ਕਰ ਰਹੇ ਆ, ਇੱਕ ਤਾਂ ਡੈਮੋਕ੍ਰੈਟਿਕ ਪਾਰਟੀ ਦੇ ਜਿਹੜੀ ਲੀਡਰਸ਼ਿਪ ਆ ਉਹਨਾਂ ਨੂੰ ਫਿਕਰ ਪਿਆ ਆ ਕਿ ਦੇਖੋ ਜਿਹੜਾ ਇਨਫਲੇਸ਼ਨ ਹੋ ਰਿਹਾ ਉਹ ਤਾਂ ਬਾਈਡਨ ਇਨਫਲੇਸ਼ਨ ਕਹਿ ਰਹੇ ਆ। ਹਾਂਜੀ। ਤੋ ਚੱਲਦੀ ਵੀ ਗੱਲ ਆ, ਲੋਕੀ ਕਹਿੰਦੇ ਕਿ ਰਸ਼ੀਆ ਨੂੰ ਬਲੇਮ ਦੇਣ ਦੀ ਬਜਾਏ ਸਾਨੂੰ ਸਾਡੀ ਲੀਡਰਸ਼ਿਪ ਤੇ ਬਲੇਮ ਦਿਓ। ਹਾਂਜੀ। ਸੈਂਕਸ਼ਨ ਤੇ ਬਲੇਮ ਦਿਓ। ਹਾਂਜੀ। ਲੋਕੀ ਇੱਥੇ ਤੱਕ ਆ ਗਏ ਕਿ ਜਿਹੜੇ ਤੁਸੀਂ ਸੈਂਕਸ਼ਨ ਲਾਉਣੇ ਆ ਕਿ ਸੈਂਕਸ਼ਨ ਵੀ ਸਾਨੂੰ ਹਟ ਕਰਦੇ। ਲੋਕੀ ਕਹਿੰਦੇ ਆ ਵੀ ਸੈਂਕਸ਼ਨਸ ਦਾ ਜਿਹੜਾ ਅਸਰ ਆ ਨਾ ਉਹਨਾਂ ਤੇ ਜ਼ਿਆਦਾ ਹੋਇਆ, ਰਸ਼ੀਆ ਤੇ ਨਹੀਂ ਹੋਇਆ ਹੈਗਾ। ਸੋ ਜਿਹੜੀ ਵੀ ਗੱਲ ਜੇ ਇਹਨਾਂ ਦੇ ਇੱਕ ਮਾੜੀ ਜਿਹੀ ਹੱਕ ਦੇ ਵਿੱਚ ਆਈ ਸੀ ਉਹ ਸੀ ਕਿ ਅਬੋਰਸ਼ਨ ਦੀ ਇਸ਼ੂ ਆਈ ਸੀ। ਹਾਂਜੀ। ਉਹ ਡੈਮੋਕ੍ਰੈਟਿਕ ਪਾਰਟੀ ਵਾਲੇ ਕਹਿੰਦੇ ਵੀ ਜਿੱਦਾਂ ਧੜੱਲੇ ਨਾਲ ਕੋਈ ਲੀਡਰਸ਼ਿਪ ਹੋਣੀ ਚਾਹੀਦੀ ਹੈ ਜਿਹੜੀ ਕਿ ਉਸ ਇਸ਼ੂ ਨੂੰ ਠੋਕੀ ਜਾਵੇ, ਕਮ ਸੇ ਕਮ ਨਵੰਬਰ 8 ਤਾਈਂ ਤਾਂ ਲੋਕਾਂ ਨੂੰ ਭੁੱਲਣ ਨਾ ਦੇਵੇ ਨਾ। ਹਾਂਜੀ। ਪਰ ਇਹ ਇੱਕ ਵਾਰੀ ਮਾੜੀ ਜਿਹੀ ਸਟੇਟਮੈਂਟ ਕਰਕੇ ਜਾ ਕੇ ਸੌਂ ਗਏ। ਜੀ ਬਿਲਕੁਲ ਡਾਕਟਰ ਸਾਹਿਬ। ਵੈਸੇ ਡਾਕਟਰ ਸਾਹਿਬ ਜਿਹੜੇ ਹੁਣ ਪੋਲ ਨੰਬਰਸ ਹੈਗੇ ਜਿਸ ਤਰੀਕੇ ਦੇ ਨਾਲ ਬਾਈਡਨ ਸਾਹਿਬ ਦੇ ਡਾਊਨ ਜਾ ਰਹੇ ਆ, ਦੇਖੋ ਇਨਫਲੇਸ਼ਨ ਅਪ ਜਾ ਰਹੀ ਹੈ ਪੂਰੀ ਤੇਜ਼ੀ ਦੇ ਨਾਲ, ਤੇ ਜਿਹੜੇ ਇਹਨਾਂ ਦੇ ਨੰਬਰਸ ਆ ਉਨੀ ਹੀ ਤੇਜ਼ੀ ਦੇ ਨਾਲ ਉਹ ਡਾਊਨ ਜਾ ਰਹੇ ਆ। ਉਹ ਦਿਖਾਉਂਦੇ ਨੇ, ਕਹਿੰਦੇ ਕਾਰਟੂਨ ਦੇ ਵਿੱਚ ਕਹਿੰਦੇ ਕਿ ਬਾਕੀ ਜਿਹੜੇ ਗ੍ਰਾਫਸ ਆ ਉੱਪਰ ਨੂੰ ਜਾ ਰਹੇ ਨੇ, ਸਾਰੇ ਪ੍ਰਾਈਸਸ ਉੱਪਰ ਨੂੰ ਜਾ ਰਹੀਆਂ ਆ, ਤੇ ਆਇਲ ਦੀਆਂ ਪ੍ਰਾਈਸਸ ਉੱਪਰ ਨੂੰ ਜਾ ਰਹੀਆਂ ਆ। ਤੇ ਉਹ ਕਹਿੰਦੇ ਚੰਗੀ ਖਬਰ ਵੀ ਆ, ਇੱਕ ਗ੍ਰਾਫ ਥੱਲੇ ਨੂੰ ਜਾ ਰਿਹਾ, ਉਹ ਹੈਗਾ ਬਾਈਡਨ ਦਾ। ਹਾਂਜੀ। ਜੋ ਬਾਈਡਨ ਦਾ ਗ੍ਰਾਫ ਥੱਲੇ ਨੂੰ ਜਾ ਰਿਹਾ। ਹਾਂਜੀ ਡਾਕਟਰ ਸਾਹਿਬ, ਦੇਖੋ ਇਹ ਵੋਟਰਸ ਨੂੰ ਉਤਸ਼ਾਹਿਤ ਹੀ ਨਹੀਂ ਕਰ ਸਕੇ ਹੈਗੇ ਕਿਸੇ ਵੀ ਮਸਲੇ ਦੇ ਉੱਤੇ, ਉਹਨਾਂ ਨੂੰ ਆਪਣੇ ਨਾਲ ਕਨੈਕਟ ਹੀ ਨਹੀਂ ਕਰ ਸਕੇ ਹੈਗੇ। ਕਹਿੰਦੇ ਹੁੰਦੇ ਕਿ ਨਹੀਂ, ਜੇ ਸਪੀਚ ਦੇਣੀ ਆ ਤਾਂ ਤੁਹਾਡੇ ਬੈਲੀ 'ਚ ਫਾਇਰ ਹੋਣੀ ਚਾਹੀਦੀ ਜੀ। ਸਪੀਚ ਜਿਹੜੀ ਉਦਾਂ ਹੀ ਨਹੀਂ ਹੋ ਜਾਂਦੀ, ਕੋਈ ਧੜੱਲੇਦਾਰ ਬੰਦਾ ਹੋਵੇ ਜਿਹੜਾ ਸਪੀਚ ਦੇਣ ਵਾਲਾ ਹੋਵੇ। ਹਾਂਜੀ ਬਿਲਕੁਲ। ਇਹਨਾਂ ਦੇ ਓਪੋਨੈਂਟ ਜਿਹੜੇ ਆ ਡੋਨਲਡ ਟਰੰਪ ਹੋਣੀ, ਉਹ ਤਾਂ ਬੜਕਾ ਮਾਰਦੇ ਆ। ਹਾਂਜੀ। ਤੇ ਇਹਨਾਂ ਤੋਂ ਬੋਲ ਪੜਨ ਲੱਗੇ ਵੀ ਨਹੀਂ ਬੋਲ ਹੁੰਦਾ ਇਹਨਾਂ ਦਾ, ਦੇਖ ਕੇ ਵੀ ਮਿਸਟੇਕਸ ਕਰ ਦਿੰਦੇ ਆ। ਦੇਖ ਕੇ ਮਿਸਟੇਕ ਜਿਹੜਾ ਬੰਦਾ ਕਰਦਾ ਨਾ, ਹਾਂਜੀ, ਤਾਂ ਬਿਲਕੁਲ ਹੀ ਤੁਸੀਂ ਕੁਝ ਉਮੀਦ ਨਹੀਂ ਕਰ ਸਕਦੇ ਫਿਰ ਉਸ ਬੰਦੇ ਤੋਂ। ਕੋਈ ਡੈਮੋਕ੍ਰੈਟਿਕ ਪਾਰਟੀ ਵਾਲੇ ਠੀਕ ਹੀ ਕਹਿੰਦੇ ਆ ਕਿ ਇਹਨਾਂ ਨੂੰ 2024 ਇਹ ਪਹਿਲੀ ਵਾਰੀ ਆ ਸ਼ਾਇਦ ਕਿ ਪਾਰਟੀ ਸਾਰੀ ਸਹਿਮਤ ਹੈ ਕਿ ਨਾ ਪ੍ਰੈਜ਼ੀਡੈਂਟ ਤੇ ਨਾ ਵਾਈਸ ਪ੍ਰੈਜ਼ੀਡੈਂਟ। ਹਾਂਜੀ। ਇਹ ਜੋੜੀ ਨਹੀਂ ਚਾਹੀਦੀ ਸਾਨੂੰ 2024 ਦੇ ਵਿੱਚ। ਡਾਕਟਰ ਸਾਹਿਬ ਇੱਕ ਕਹਾਵਤ ਆ, ਰਾਮ ਬਣਾਈ ਜੋੜੀ ਇੱਕ ਅੰਨਾ ਇੱਕ ਕੋੜੀ। ਦੇਖੋ ਜੀ ਆਪਾਂ ਹੁਣ ਬਾਈਡਨ ਸਾਹਿਬ ਦੀ ਗੱਲਬਾਤ ਕੀਤੀ ਸੀ, ਇਹ ਕਿਵੇਂ ਹੋ ਸਕਦਾ ਕਿ ਆਪਾਂ ਕਮਲਾ ਹੈਰਿਸ ਦੀ ਗੱਲ ਨਾ ਕਰੀਏ ਜਿਹੜੇ ਵਾਈਸ ਪ੍ਰੈਜ਼ੀਡੈਂਟ ਹੈਗੇ ਆ। ਇੱਕ ਵਾਰ ਫਿਰ ਤੋਂ ਸੁਰਖੀਆਂ ਦੇ ਵਿੱਚ ਆ ਗਏ ਆ ਉਹ, ਇੱਕ ਵਾਰ ਫਿਰ ਤੋਂ ਕ੍ਰਿਟਿਕਸ ਨੇ ਉਹਨਾਂ ਦੇ ਬਾਰੇ ਲਿਖਿਆ। ਵੈਸੇ ਵੀ ਉਹਨਾਂ ਬਾਰੇ ਕਿਹਾ ਜਾਂਦਾ ਕਿ ਵਰਡਸ ਦਾ ਸੈਲਡ ਬਣਾ ਦਿੰਦੇ ਨੇ, ਬਿਲਕੁਲ ਕਚੁੰਬਰ ਕੱਢ ਕੇ ਰੱਖ ਦਿੰਦੇ ਨੇ ਜਿਹੜੀ ਵੀ ਕਿਤੇ ਜਾਂਦੇ ਆ ਇਹ। ਹੁਣ ਤੁਸੀਂ ਇਹ ਦੱਸੋ ਵੀ ਇਹੋ ਜਿਹਾ ਹੁਣ ਕੀ ਹੋ ਗਿਆ
ਵੀ ਕ੍ਰਿਟਿਕਸ ਨੇ ਫਿਰ ਇਹਨਾਂ ਨੂੰ ਵਰਡ ਸੈਲਡ ਕੁਈਨ ਦੇ ਨਾਂ ਦੇ ਨਾਲ ਸੰਬੋਧਿਤ ਕਰ ਦਿੱਤਾ। ਇਹ CBS ਟੈਲੀਵਿਜ਼ਨ ਤੇ ਨਾ ਇੱਕ ਇੰਟਰਵਿਊ ਕਰ ਰਹੇ ਸੀ। ਉਹ ਇੰਟਰਵਿਊ ਤਾਂ ਵੈਸੇ ਸਟੂਡੀਓ ਦੇ ਵਿੱਚ ਹੀ ਸੀ ਤੇ ਉਹਨਾਂ ਨੇ ਇੱਕ ਸਵਾਲ ਪੁੱਛ ਲਿਆ ਕਿ ਤੁਸੀਂ ਜਿਹੜੀ ਹੁਣੀ ਅਬੋਰਸ਼ਨ ਦੀ ਰੂਲਿੰਗ ਹੋਈ ਹੈ, ਤੁਹਾਨੂੰ ਲੱਗਦਾ ਨਹੀਂ ਕਿ ਤੁਹਾਡੀ ਐਡਮਿਨਿਸਟ੍ਰੇਸ਼ਨ ਦਾ ਫੇਲੀਅਰ ਆ ਕਿ ਤੁਸੀਂ ਉਹਨੂੰ ਕੋਡੀਫਾਈ ਨਹੀਂ ਕੀਤਾ ਪਹਿਲਾਂ ਚੰਗੀ ਤਰ੍ਹਾਂ? ਤਾਂ ਜਿਹੜਾ ਜਵਾਬ ਇਹਨਾਂ ਨੇ ਦਿੱਤਾ ਆ ਉਹਦਾ ਮਤਲਬ ਕੁਝ ਨਹੀਂ ਨਿਕਲਦਾ। ਡਾਕਟਰ ਸਾਹਿਬ ਥੋੜਾ ਸਾਨੂੰ ਦੱਸ ਦਿਓ ਵੀ ਉਹਨਾਂ ਨੇ ਜਵਾਬ ਦਿੱਤਾ ਕੀ ਸੀ ਵੈਸੇ? ਉਹ ਕਹਿੰਦੀ ਹੈ ਕਿ I think that to be very honest with you, I do believe that we should have rightly believed what we certainly believe that certain issues are just settled. Certain issues are just settled. ਹੁਣ ਇਹ ਲਈ ਕੋਈ ਇੰਗਲਿਸ਼ ਦਾ ਪ੍ਰੋਫੈਸਰ ਲੈ ਕੇ ਆਓ ਵੀ ਮਤਲਬ ਕੀ ਹੈ ਇਹਦਾ। ਹਾਂਜੀ ਡਾਕਟਰ ਸਾਹਿਬ ਬਿਲਕੁਲ ਤੁਸੀਂ ਸਹੀ ਕਿਹਾ ਕਿ ਇਹਦੇ ਲਈ ਤਾਂ ਬਹੁਤ ਕੋਈ ਗੁਣੀ ਗਿਆਨੀ ਬੰਦਾ ਲੈ ਕੇ ਆਵਾਂਗੇ ਤਾਂ ਹੀ ਸਮਝ ਲੱਗਣੀ ਹੈ ਵੀ ਇਹਦਾ ਮਤਲਬ ਬਣਦਾ ਕੀ ਆ। ਜਿਹੜਾ ਉਹਨਾਂ ਨੇ ਸਵਾਲ ਪੁੱਛਿਆ ਉਹਦੇ ਕੋਹਾਂ ਦੂਰ ਆ, ਇਹ ਉਹਦੇ ਲਾਗੇ ਛਾਗੇ ਵੀ ਗੱਲ ਬਿਲਕੁਲ ਵੀ ਨਹੀਂ। ਕਿੰਨਾ ਸੀਰੀਅਸ ਉਹਨੇ ਸਵਾਲ ਪੁੱਛਿਆ, ਵੈਸੇ ਕਿੰਨੇ ਸੀਰੀਅਸ ਇਸ਼ੂ ਦੇ ਉੱਪਰ ਉਹ ਕੁਐਸਚਨ ਉਹਨੂੰ ਕੀਤਾ ਗਿਆ ਤੇ ਉਹਦੇ ਵਿੱਚ ਵੀ ਉਹਨਾਂ ਕੋਲ ਦੇਖੋ ਤੁਸੀਂ ਆਨਸਰ ਨਹੀਂ ਦੇ ਹੋਇਆ। ਮੈਂ ਇੱਕ ਗੱਲ ਦੀ ਦਾਤ ਦਿੰਦਾ ਇਹਨਾਂ ਨੂੰ, ਇਹ ਬੋਲਣੋਂ ਕਦੇ ਨਹੀਂ ਹਟਦੇ। ਚਲੋ ਤੁਸੀਂ ਅੱਜ ਦਾ ਵਿਚਾਰ ਦੱਸੋ। ਜੀ ਡਾਕਟਰ ਸਾਹਿਬ ਬਿਲਕੁਲ ਮੈਂ ਤੁਹਾਨੂੰ ਅੱਜ ਦਾ ਵਿਚਾਰ ਜ਼ਰੂਰ ਦੱਸ ਦਿੰਦੀ ਹਾਂ। ਅੱਜ ਦਾ ਵਿਚਾਰ ਹੈ ਜੀ, ਮਹਿਲਾਂ ਵਿੱਚ ਦੁਖੀ ਰਹਿਣ ਨਾਲੋਂ ਕੁਟੀਆ ਵਿੱਚ ਸੁਖੀ ਰਹਿਣਾ ਜ਼ਿਆਦਾ ਬਿਹਤਰ ਹੈ। ਇਸੇ ਨੋਟ ਤੇ ਅਸੀਂ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਦੇ ਹਾਂ। ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਿਆ ਸਾਨੂੰ ਦੱਸਣਾ ਜ਼ਰੂਰ। ਪ੍ਰੋਗਰਾਮ 'ਚ ਸਾਥ ਦੇਣ ਲਈ ਬਹੁਤ ਬਹੁਤ ਸ਼ੁਕਰੀਆ।